ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਸਵਾਗਤ ਹੈ। ਮੈਂ ਰਾਜਕਰਮਜੀਤ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 28 ਤਰੀਕ ਆ ਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਕਰਵਾਉਣਾ ਚਾਹੁੰਦੇ ਹੋ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ 408-272-2500 ਦੇ ਉੱਤੇ। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਰਣਜੀਤ ਤੇ ਮਨਦੀਪ ਕੌਸ਼ਲ ਦਾਣਾ ਪਾਣੀ ਇੰਡੀਅਨ ਰੈਸਟੋਰੈਂਟ ਫ੍ਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫ੍ਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਤੇ DNV ਟਰੱਕ ਟ੍ਰੇਲਰ ਰਿਪੇਅਰ, ਜਿਨ੍ਹਾਂ ਦੀਆਂ ਦੋ ਲੋਕੇਸ਼ਨਸ ਨੇ, ਟਲੈਰੀ ਤੇ ਐਂਟੀਲੋਪ ਦੇ ਵਿੱਚ। ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ। ਟਰੱਕ ਪਾਰਕਿੰਗ ਵੀ ਇਹਨਾਂ ਦੇ ਕੋਲ ਅਵੇਲੇਬਲ ਆ। ਐਂਟੀਲੋਪ ਲਈ ਕਾਲ 9162252290, ਟਲੈਰੀ ਲਈ ਕਾਲ 5596162421। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮਿਸ਼ੀਗਨ ਦੇ ਵਿੱਚ ਜੋ ਪ੍ਰਾਇਮਰੀ ਇਲੈਕਸ਼ਨ ਰਿਜ਼ਲਟਸ ਆ ਰਹੇ ਆ, ਉਹਦੇ ਵਿੱਚ ਰਿਪਬਲਿਕਨ ਪਾਰਟੀ ਦੇ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਡੋਨਲਡ ਟਰੰਪ, ਉਹ 68.2% ਵੋਟਾਂ ਦੇ ਨਾਲ ਉੱਥੋਂ ਜਿੱਤੇ ਆ। ਨਿੱਕੀ ਹੈਲੀ ਨੂੰ 26.6% ਵੋਟਾਂ ਮਿਲੀਆਂ ਤੇ ਅਨਕਮਿਟਡ ਉੱਥੇ 3% ਦੇ ਕਰੀਬ ਹੋਏ ਹੈਗੇ ਆ। ਤੇ ਇਸੇ ਤਰ੍ਹਾਂ ਜੇ ਹੁਣ ਆਪਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਵੱਲ ਦੇਖੀਏ ਤੇ ਉਹਨਾਂ ਨੂੰ ਜਿੱਤ ਤਾਂ ਗਏ ਆ ਉਹ ਈਜ਼ਲੀ, ਪਰ ਕਾਫੀ ਲਾਰਜ ਨੰਬਰ ਦੇ ਵਿੱਚ ਜਿਹੜੀਆਂ ਅਨਕਮਿਟਡ ਵੋਟਸ ਆਈਆਂ, ਉਹਦਾ ਉਹਨਾਂ ਨੂੰ ਫਿਕਰ ਹੈਗਾ ਆ ਵੀ 13% ਵੋਟ ਲੋਕਾਂ ਨੇ ਜਿਹੜੀ ਕਾਸਟ ਕੀਤੀ ਆ, ਉਹਨਾਂ ਨੇ ਇਹ ਕਿਹਾ ਵੀ ਨਨ ਅਦਰ ਦੈਨ ਡੈਮੋਕ੍ਰੈਟਿਕ ਚੋਇਸਿਸ, ਸੋ ਅਨਕਮਿਟਡ। ਸੋ ਜੇ ਇਹ ਸਿਚੁਏਸ਼ਨ ਰਹੀ, ਕਿਉਂਕਿ ਵੱਡੀ ਗਿਣਤੀ 'ਚ ਆਪਾਂ ਕੱਲ ਵੀ ਡਿਸਕਸ ਕੀਤਾ ਸੀ ਵੀ ਅਰਬ ਅਮਰੀਕਨ ਉੱਥੇ ਰਹਿੰਦੇ ਹੈਗੇ ਆ ਤੇ ਉਹਨਾਂ ਨੇ ਕੈਂਪੇਨ ਜੋ ਆ ਉਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਅਗੇਂਸਟ ਲਾਂਚ ਕੀਤੀ ਸੀ ਬੈਲਟ ਬਾਕਸ ਦੇ ਉੱਤੇ, ਭਈ ਤੁਸੀਂ ਜੋ ਉੱਥੇ ਕਤਲੇਆਮ ਹੋ ਰਿਹਾ ਹੈਗਾ ਆ ਮਿਡਲ ਈਸਟ ਦੇ ਵਿੱਚ, ਗਾਜ਼ਾ ਦੇ ਵਿੱਚ, ਉਹਦਾ ਐਕਸ਼ਨ ਇਮੀਡੀਏਟ ਨਹੀਂ ਲੈ ਰਹੇ ਹੈਗੇ। ਸੋ ਉਹਦੇ ਕਰਕੇ ਅਨਕਮਿਟਡ 13% ਲੋਕਾਂ ਨੇ ਵੋਟ ਪਾਈ ਆ। ਜੇ ਇਦਾਂ ਦੀ ਸਿਚੁਏਸ਼ਨ ਚੱਲਦੀ ਰਹੀ ਤੇ ਅਲਟੀਮੇਟਲੀ ਨਵੰਬਰ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਆ ਫਾਈਨਲ, ਉਹਦੇ ਵਿੱਚ ਮਿਸ਼ੀਗਨ ਸਟੇਟ ਜਿਹੜੇ ਆ ਪ੍ਰੈਜ਼ੀਡੈਂਟ ਬਾਈਡਨ ਹੁਣੀ ਲੂਜ਼ ਕਰ ਸਕਦੇ ਹੈਗੇ। ਜੀ, ਮੌਜੂਦਾ ਜਿਹੜੇ ਲੇਟੈਸਟ ਪੋਲਸ ਆ 27 ਵੱਖ-ਵੱਖ ਪੋਲਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਟਰੰਪ ਹੁਣੀ ਬਾਈਡਨ ਹੋਣਾ ਤੋਂ ਮਿਸ਼ੀਗਨ 'ਚ 3.6% ਜਿਹੜੀ ਆ ਉਹ ਲੀਡ ਦੇ ਨਾਲ ਅੱਗੇ ਵੱਧ ਰਹੇ ਹੈਗੇ ਆ। ਪਿਛਲੀ ਵਾਰ 2020 ਦੇ ਵਿੱਚ ਬਾਈਡਨ ਹੋਣਾ ਨੇ ਮਿਸ਼ੀਗਨ ਨੂੰ 1.5 ਲੱਖ ਵੋਟ ਦੇ ਨਾਲ ਉਹ ਜਿੱਤਿਆ ਸੀ, ਜੋ ਕਿ 3% ਹੀ ਤਕਰੀਬਨ ਬਣਦਾ ਆ ਉਸ ਟਾਈਮ ਦੇ ਉੱਤੇ। ਸੋ ਇਹ ਹੁਣ ਬਿਲਕੁਲ ਉਲਟ ਫੇਰ ਉਸ ਦੇ ਵਿੱਚ ਹੋ ਰਿਹਾ ਹੈਗਾ ਆ। ਸੋ ਅਨਕਮਿਟਡ ਵੋਟਸ ਤੇ ਇਹ ਸਾਰੀਆਂ ਚੀਜ਼ਾਂ। ਇੱਕ ਚੀਜ਼ ਜਿਹੜੀ ਹੋਰ ਹਰਜੀਤ ਸਿੰਘ ਜੀ ਦੇਖੀ ਗਈ ਆ, ਨਿੱਕੀ ਹੈਲੀ ਭਾਵੇਂ ਜਿਹੜੀ ਉਹ ਹਾਰੀ ਆ, ਪਰ ਸਬਅਰਬਸ ਦੇ ਵਿੱਚ ਉਹਦੀ ਪਕੜ ਮਜ਼ਬੂਤ ਰਹੀ ਟਰੰਪ ਹੋਣਾ ਦੇ ਉੱਤੇ। ਮਤਲਬ ਉੱਥੇ ਜਿਹੜਾ ਗੈਪ ਆ ਥੋੜਾ ਘੱਟ ਰਿਹਾ, ਜੋ ਕਿ ਟਰੰਪ ਹੋਣਾ ਦੇ ਲਈ ਇਵੈਂਚੁਅਲੀ ਨਵੰਬਰ ਦੀਆਂ ਇਲੈਕਸ਼ਨਸ ਦੇ ਲਈ ਖਤਰਾ ਜਿਹੜਾ ਆ ਸਬਅਰਬਸ ਦੇ ਵਿੱਚ ਹੋ ਸਕਦਾ ਆ। ਅਕਸਰ ਅਮਰੀਕਾ ਦੇ ਵਿੱਚ ਇਹ ਆਖਿਆ ਜਾਂਦਾ ਵੀ ਬਹੁਤੀਆਂ ਜਿਹੜੀਆਂ ਇਲੈਕਸ਼ਨਸ ਆ ਉਹ ਸਬਅਰਬਸ ਦੇ ਵਿੱਚੋਂ ਜਿੱਤੀਆਂ ਹਾਰੀਆਂ ਜਾਂਦੀਆਂ ਆ, ਵੀ ਸਬਅਰਬਨ ਇਲਾਕੇ ਦੇ ਵਿੱਚ ਰਹਿ ਰਹੇ ਲੋਕ ਆ
ਉਹਨਾਂ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟਸ ਦੇ ਪ੍ਰਤੀ ਕੀ ਨਜ਼ਰੀਆ ਰਹਿੰਦਾ ਆ। ਤੇ ਜੇ ਇਹੀ ਟ੍ਰੈਂਡ ਜਿਹੜਾ ਉਹ ਰਿਹਾ ਤਾਂ ਮੈਚ ਇਸ ਵਾਰ ਫਿਰ ਇੱਕ ਵਾਰੀ ਜਿਹੜਾ ਉਹ ਫਸਵਾਂ ਜਿਹੜਾ ਉਹ ਹੋ ਸਕਦਾ ਆ ਵੀ ਇੱਕ ਪਾਸੇ ਟਰੰਪ ਹੁਣੀ ਆਸਾਨੀ ਦੇ ਨਾਲ ਜਿੱਤ ਰਹੇ ਆ, ਦੋਨੋਂ ਹੀ ਕੈਂਡੀਡੇਟ ਆਪੋ ਆਪਣੀਆਂ ਸੂਬਿਆਂ ਦੇ ਵਿੱਚ ਆਸਾਨੀ ਨਾਲ ਜਿੱਤ ਰਹੇ ਆ, ਪਰ ਸਬਅਰਬ ਦੇ ਵਿੱਚ ਨਜ਼ਾਰਾ ਜਿਹੜਾ ਆ ਉਹ ਥੋੜਾ ਜਿਹਾ ਡਿਫਰੈਂਟ ਨਜ਼ਰ ਆ ਰਿਹਾ ਹੈਗਾ ਆ। ਜੀ ਅਗਲੀ ਗੱਲ ਕਰਦੇ ਹਾਂ, ਟੈਕਸਸ ਵੱਲ ਨੂੰ ਵੱਧਦੇ ਹਾਂ ਹਰਜੋਤ ਸਿੰਘ ਜੀ। ਉੱਥੇ ਇਸ ਟਾਈਮ ਤਬਾਹੀ ਦੇ ਮੰਜ਼ਰ ਬਣੇ ਪਏ ਆ, ਵਾਈਲਡ ਫਾਇਰਸ ਜਿਹੜੀਆਂ ਆ ਉਸ ਨਾਲ ਸਿਚੁਏਸ਼ਨ ਬਹੁਤ ਜ਼ਿਆਦਾ ਮਾੜੀ ਬਣੀ ਪਈ ਆ। ਡਿਜ਼ਾਸਟਰ ਡੈਕਲੇਰੇਸ਼ਨ ਉੱਥੇ ਐਲਾਨਿਆ ਗਿਆ ਆ। ਨਿਊਕਲੀਅਰ ਪਲਾਂਟ ਨੂੰ ਵੀ ਪਾਰਸ਼ਲੀ ਇਵੈਕੂਏਟ ਕਰਨਾ ਪਿਆ ਆ। ਟੈਕਸਸ ਦੇ ਜਿਹੜਾ ਪੈਨ ਹੈਂਡਲ ਇਲਾਕਾ ਆ ਉੱਥੇ ਇਹ ਜਿਹੜੀਆਂ ਅੱਗਾਂ ਆ ਉਹਨਾਂ ਨੇ ਕੋਹਰਾਮ ਮਚਾਇਆ। 2 ਵਰੇ ਪਹਿਲਾਂ ਇਸ ਮਹੀਨੇ 'ਚ ਹਰਜੋਤ ਸਿੰਘ ਜੀ ਠੰਡ ਦੇ ਨਾਲ 50 ਤੋਂ ਵੱਧ ਲੋਕ 2-3 ਸਾਲ ਪਹਿਲਾਂ ਟੈਕਸਸ 'ਚ ਮਰੇ ਸੀ ਤੇ ਇਸ ਮੌਕੇ ਟੈਕਸਸ ਦੇ ਵਿੱਚ ਵਾਈਲਡ ਫਾਇਰਸ ਫਰਵਰੀ ਦੇ ਮਹੀਨੇ ਦੇ ਵਿੱਚ ਉਸ ਨੇ ਹੜਕੰਪ ਜਿਹੜਾ ਉਹ ਮਚਾਇਆ। 60 ਕਾਉਂਟੀਜ਼ ਦੇ ਵਿੱਚ ਗਵਰਨਰ ਗ੍ਰੈਗ ਐਬਟ ਆ ਉਹਨਾਂ ਦੇ ਦੁਆਰਾ ਡਿਜ਼ਾਸਟਰ ਡੈਕਲੇਰੇਸ਼ਨ ਕੱਲ ਜਿਹੜਾ ਆ ਉਹ ਐਲਾਨਿਆ ਗਿਆ। ਥਰੂ ਆਊਟ ਸਟੇਟ ਕਿੰਨੇ ਵੀ ਵਾਈਲਡ ਫਾਇਰ ਐਕਟੀਵਿਟੀ ਚੱਲ ਰਹੀ ਹੈਗੀ ਆ। ਅਕਸਰ ਆਪਾਂ ਦੇਖਦੇ ਆ ਵੀ ਕੈਲੀਫੋਰਨੀਆ ਦੇ ਵਿੱਚ ਅੱਗਾਂ ਬਹੁਤ ਲੱਗਦੀਆਂ ਆ ਤੇ ਇਹ ਪਿਛਲੇ ਕੁਝ ਸਾਲਾਂ ਤੋਂ ਚਲੋ ਰੱਬ ਦੀ ਮਿਹਰ ਨਾਲ ਬਚਾ ਰਿਹਾ ਆ, ਪਰ ਇਸ ਵਾਰ ਇਹ ਜਿਹੜਾ ਕੁਦਰਤੀ ਕਰੋਪੀ ਆ ਉਹ ਟੈਕਸਸ ਵਿੱਚ ਦੇਖਣ ਨੂੰ ਮਿਲ ਰਹੀ ਆ। ਟੈਕਸਸ A&M ਫੋਰੈਸਟ ਸਰਵਿਸ ਉਹਨਾਂ ਨੇ ਦੱਸਿਆ ਵੀ ਹੁਣ ਤੱਕ ਉਹ 13 ਵੱਖ-ਵੱਖ ਅੱਗਾਂ ਨੂੰ ਕੱਲੇ ਸੋਮਵਾਰ ਹੀ ਉਸ ਨੂੰ ਰਿਸਪੌਂਡ ਕਰ ਚੁੱਕੇ ਆ ਤੇ ਜਿਹੜਾ ਮੰਗਲਵਾਰ ਦਾ ਦਿਨ ਸੀ ਉਸ ਦਿਨ ਵੀ ਵਾਈਲਡ ਫਾਇਰ ਐਕਟੀਵਿਟੀ ਬਹੁਤ ਤੇਜ਼ ਰਹੀ ਆ। ਸਮੋਕ ਹਾਊਸ ਕ੍ਰੀਕ ਫਾਇਰ ਜਿਹੜੀ ਹਚਿਨਸਨ ਕਾਉਂਟੀ 'ਚ ਆ ਉਸ ਨੇ ਹੁਣ ਤੱਕ 5 ਲੱਖ ਏਕੜ ਉਹ ਤਬਾਹ ਕਰ ਦਿੱਤੇ ਆ ਤੇ 0% ਕੰਟੇਨਡ ਆ। ਉਧਰ 60 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਤੇਜ਼ ਹਵਾਵਾਂ ਦੇ ਨਾਲ 20-20 ਫੁੱਟ ਉੱਚੇ ਜਿਹੜੇ ਘਾਹ ਆ ਉਸ ਨੂੰ ਅੱਗ ਜਿਹੜੀ ਪੈ ਰਹੀ ਆ ਤੇ ਲਗਾਤਾਰ ਮਿੰਟਾਂ ਸਕਿੰਟਾਂ 'ਚ ਘੰਟਿਆਂ ਦੇ ਵਿੱਚ ਅੱਗ ਕਈ ਏਕੜ ਦੇ ਵਿੱਚ ਫੈਲ ਰਹੀ ਆ। ਫ੍ਰਿਚ ਇਲਾਕੇ ਦੇ ਵਿੱਚ ਹੁਣ ਤੱਕ 40 ਘਰ ਜਿਹੜੇ ਤਬਾਹ ਹੋ ਚੁੱਕੇ ਆ ਹਚਿਨਸਨ ਤੇ ਮੂਰ ਕਾਉਂਟੀਜ਼ ਦੇ ਅੰਡਰ ਤੇ ਕਈ ਇਲਾਕੇ ਸ਼ਹਿਰ ਦੇ ਉਹਨਾਂ ਨੂੰ ਇਵੈਕੂਏਟ ਖਾਲੀ ਵੀ ਕਰਵਾਉਣਾ ਪਿਆ ਹੈਗਾ ਆ। ਐਬਟ ਹੁਣਾਂ ਨੇ ਇਹ ਚੇਤਾਵਨੀ ਦਿੱਤੀ ਆ ਵੀ ਇਹ ਜਿਹੜੀਆਂ ਵਾਈਲਡ ਫਾਇਰਸ ਆ ਇਹ ਜੰਗਲੀ ਅੱਗਾਂ ਆ ਹੋਰ ਵੀ ਜ਼ਿਆਦਾ ਵਧਣਗੀਆਂ। ਆਉਂਦੇ ਦਿਨਾਂ ਦੇ ਵਿੱਚ ਟੈਂਪਰੇਚਰ ਹਾਈ ਰਹਿਣ ਵਾਲਾ ਆ ਉੱਥੇ ਤੇ ਕੰਡੀਸ਼ਨਸ ਹਵਾਵਾਂ ਵਾਲੀਆਂ ਰਹਿਣਗੀਆਂ ਜਿਸ ਨਾਲ ਅੱਗ ਹੋਰ ਵੀ ਜ਼ਿਆਦਾ ਫੈਲ ਸਕਦੀ ਆ। ਉਹਨਾਂ ਨੇ ਨਾਲ ਹੀ ਬੇਨਤੀ ਕੀਤੀ ਟੈਕਸਸ ਦੇ ਰਹਿਣ ਵਾਲਿਆਂ ਨੂੰ ਵੀ ਭਾਈ ਜਿਹੜੀਆਂ ਤੁਹਾਡੀਆਂ ਐਕਟੀਵਿਟੀਜ਼ ਆ ਜਿਹਦੇ ਨਾਲ ਕਿਤੇ ਚੰਗਿਆੜੇ ਪੈਣ ਉਹ ਐਕਟੀਵਿਟੀਜ਼ ਨੂੰ ਥੋੜਾ ਲਿਮਿਟ ਕਰੋ ਤੇ ਵੱਧ ਤੋਂ ਵੱਧ ਪ੍ਰੀਕਾਸ਼ਨਸ ਲਓ ਇਹਨਾਂ ਅੱਗਾਂ ਤੋਂ ਬਚਣ ਦੇ ਲਈ। ਜੀ ਬਿਲਕੁਲ। ਜੋ ਆਫੀਸ਼ੀਅਲਸ ਆ ਉਹਨਾਂ ਨੇ ਨਿਊਕਲੀਅਰ ਸਿਕਿਉਰਿਟੀ LLC ਜੋ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਨਿਊਕਲੀਅਰ ਪਲਾਂਟ ਐਮਰੀਲੋ ਦੇ ਵਿੱਚ ਹੈਗਾ ਆ ਉਸ ਦਾ ਆਪਰੇਸ਼ਨ ਜੋ ਉਹ ਚੱਲਦਾ ਸੀ ਉਹ ਬੰਦ ਕਰ ਦਿੱਤਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਆਫੀਸ਼ੀਅਲਸ ਇਹ ਵੀ ਕਹਿ ਰਹੇ ਆ ਵੀ ਜਿੰਨੇ ਵੀ ਵੈਪਨਸ ਹੈਗੇ ਆ ਤੇ ਸਪੈਸ਼ਲ ਮਟੀਰੀਅਲ ਆ ਇੱਥੇ ਯੂਜ਼ ਕੀਤਾ ਜਾਂਦਾ ਆ ਉਹ ਸੇਫ ਆ ਤੇ ਅਨਅਫੈਕਟਡ ਹੈਗਾ ਆ। ਉਹਦੇ ਸੰਬੰਧ ਦੇ ਵਿੱਚ ਅੱਜ ਸ਼ਾਮ ਨੂੰ ਉਹ ਪ੍ਰੈਸ ਕਾਨਫਰੰਸ ਕਰਕੇ ਅਪਡੇਟ ਕਰਨਗੇ। ਆਪਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਰੋਤੇ ਟੈਕਸਸ ਦੇ ਵਿੱਚ ਰਹਿੰਦੇ ਹੈਗੇ ਆ ਸੁਣਦੇ ਆ ਪੰਜਾਬੀ ਰੇਡੀਓ USA ਨੂੰ। ਤੁਹਾਡੇ ਕੋਲ ਲੋਕਲੀ ਜੇ ਕੋਈ ਅਪਡੇਟ ਹੋਈ ਇਹਦੇ ਬਾਰੇ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੈਗੇ। ਇਹਦੇ ਵਿੱਚ ਹਰਜੋਤ ਸਿੰਘ ਜੀ ਅਪਡੇਟ ਕਰਦੇ ਜਾਈਏ। ਉੱਥੇ ਇੱਕ ਸ਼ਹਿਰ ਦਾ ਨਾਂ ਆ ਕੈਨੇਡੀਅਨ, ਕਹਿੰਦੇ ਸੈਂਕੜੇ ਘਰ ਸੜ ਕੇ ਤਬਾਹ ਹੋ ਚੁੱਕੇ ਆ। ਸੈਟੇਲਾਈਟ ਇਮੇਜ ਦੇ ਵਿੱਚ ਅੱਗ ਬਲਦੀ ਹੋਈ ਜਿਹੜੀ ਟੈਕਸਸ ਦੇ ਵਿੱਚ ਨਜ਼ਰ ਆ ਰਹੀ ਆ। ਸੈਟੇਲਾਈਟ ਤੋਂ ਵੀ ਅੱਗ ਇਕੱਲਾ ਧੂੰਆਂ ਹੀ ਨਹੀਂ ਅੱਗ ਬਲਦੀ ਹੋਈ ਵੀ ਜਿਹੜੀ ਉਹ ਨਜ਼ਰ ਆ ਰਹੀ ਆ। ਕਹਿੰਦੇ ਕੈਨੇਡੀਅਨ ਜਿਹੜਾ ਇਹ ਟਾਊਨ ਆ ਅੱਧਾ ਟਾਊਨ ਉਸ ਨੂੰ ਇਵੈਕੂਏਟ ਕੀਤਾ ਗਿਆ ਆ। ਕਈਆਂ ਨੂੰ ਸ਼ੈਲਟਰ ਇਨ ਪਲੇਸ ਦੇ ਵਿੱਚ ਰੱਖਣਾ ਪਿਆ ਆ ਤੇ ਹਵਾ ਦਾ ਰੁੱਖ ਲਗਾਤਾਰ ਬਦਲਣ ਕਰਕੇ ਅੱਗ ਕਈ ਥਾਵਾਂ ਵੱਲ ਨੂੰ ਕਈ ਪਾਸਿਆਂ ਵੱਲ ਨੂੰ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਆ ਤੇ ਕਹਿੰਦੇ ਜਿਹੜੇ ਫਸਟ ਰਿਸਪੌਂਡਰਸ ਨੂੰ ਉਸ ਦੇ ਉੱਤੇ ਸ਼ਿਫਟਿੰਗ ਵਿੰਡਸ ਆ ਜਿਹੜੀਆਂ ਲਗਾਤਾਰ ਹਵਾ ਦਾ ਰੁੱਖ ਬਦਲ ਰਿਹਾ ਆ ਉਹਦੇ ਨਾਲ ਬੜੀ ਮੁਸ਼ਕਲ ਜਿਹੜੀ ਆ ਉਹ ਆ ਰਹੀ ਹੈਗੀ ਆ। ਸੋ ਤੇਜ਼ ਹਵਾਵਾਂ ਇਹ ਸਾਰੀਆਂ ਚੀਜ਼ਾਂ ਫਾਇਰ ਫਾਈਟਰਸ ਕਹਿੰਦੇ ਵੀ ਫਰੰਟ ਲਾਈਨਸ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਹਰਜੋਤ ਸਿੰਘ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਇਹਨਾਂ ਹੀ ਦਿਨਾਂ ਦੇ ਵਿੱਚ ਕਹਿਰ ਦੀ ਠੰਡ ਪੈ ਰਹੀ ਸੀ। ਕੁਛ ਵਰੇ ਪਹਿਲਾਂ ਬਰਫ਼ ਪੈ ਰਹੀ ਸੀ, ਲੋਕ ਉਦੋਂ ਵੀ ਮਰ ਰਹੇ ਸੀਗੇ ਤੇ ਹੁਣ ਜਿਹੜਾ ਆ ਇਹ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋ ਰਿਹਾ ਆ।
ਅੱਗਾਂ ਦੇ ਕਰਕੇ, ਤੇ ਕਹਿੰਦੇ ਵੀ ਗਰਮੈਸ਼ ਹੋਰ ਜ਼ਿਆਦਾ ਵਧਣੀ ਆ, ਤੇ ਕਿਤੇ ਨਾ ਕਿਤੇ ਇਹ ਫੇਰ ਉਂਗਲ ਕਲਾਈਮੇਟ ਚੇਂਜ ਵੱਲ ਨੂੰ ਜਿਹੜੀ ਆ ਉਹ ਵੱਧ ਰਹੀ ਆ। ਸੋ ਕਹਿੰਦੇ ਵੀ ਫਾਇਰ ਫਾਈਟਰਸ ਇਸ ਟਾਈਮ ਫਰੰਟ ਲਾਈਨ ਦੇ ਉੱਤੇ ਆ ਕਲਾਈਮੇਟ ਚੇਂਜ ਨੂੰ ਜਿਹੜਾ ਉਹ ਲੈ ਕੇ ਵੀ, ਤੇ ਕਹਿੰਦੇ ਵੀ ਜਿਹੜੀਆਂ ਕੰਡੀਸ਼ਨਸ ਆ ਜੇ ਫਾਇਰ ਫਾਈਟਰਸ ਦੇ ਪੱਖ ਵਿੱਚ ਜਿਹੜੀਆਂ ਉਹ ਨਹੀਂ ਆ ਰਹੀਆਂ। ਵੈਡਨਸਡੇ ਨੂੰ ਟੈਂਪਰੇਚਰਸ ਹਾਈ ਰਹਿਣੇ ਆ। ਥਰਸਡੇ ਨੂੰ ਮੀਂਹ ਤੇ ਜਿਹੜਾ ਸਨੋ ਆ ਉਹ ਥੋੜੀ ਰਾਹਤ ਲਿਆ ਸਕਦਾ ਆ, ਤੇ ਫਰਾਈਡੇ ਤੋਂ ਲੈ ਕੇ ਵੀਕਐਂਡ ਤੱਕ ਫਿਰ ਜਿਹੜਾ ਟੈਂਪਰੇਚਰ ਆ ਉੱਥੇ ਵਧਣਾ ਆ, ਤੇ ਤੇਜ਼ ਹਵਾਵਾਂ ਹੋਣਗੀਆਂ, ਜਿਸ ਨਾਲ ਇਸ ਟਾਈਮ ਉਹ ਹੋਰ ਵੀ ਜ਼ਿਆਦਾ ਜਿਹੜੀਆਂ ਅੱਗਾਂ ਫੇਰ ਭਖ ਸਕਦੀਆਂ ਆ। ਇਸ ਟਾਈਮ ਸਭ ਤੋਂ ਵੱਡੀ ਅੱਗ ਉੱਥੇ ਈਸਟ ਮੁਰੀਲੋ ਕੰਪਲੈਕਸ ਫਾਇਰ ਹੁਣ ਤੱਕ ਰਹੀ ਆ 2006 ਦੀ, ਜਿਸ ਨੇ 9 ਲੱਖ ਏਕੜ ਸਾੜਿਆ ਸੀ, ਤੇ ਹੁਣ ਜਿਹੜੀ ਸਮੋਕ ਹਾਊਸ ਕ੍ਰੀਕ ਫਾਇਰ ਆ ਇਸ ਟਾਈਮ ਜੋ ਚੱਲ ਰਹੀ ਆ ਉਹ 5 ਲੱਖ ਏਕੜ ਤੋਂ ਪਾਰ ਹੋ ਚੁੱਕੀ ਹੈ। ਜੀ ਬਿਲਕੁਲ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜੋ ਬਿਜਲੀ ਆ ਉਹ ਕੱਟ ਕੀਤੀ ਗਈ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਜੀਓਪੀ ਦੇ ਲੀਡਰਸ ਆ ਉਹ ਆਪਟਿਮਿਸਟਿਕ ਆ, ਕਹਿੰਦੇ ਪਈ ਗਵਰਨਮੈਂਟ ਸ਼ਟਡਾਊਨ ਨੂੰ ਲੈ ਕੇ, ਕਿਉਂਕਿ ਇਹ ਇੱਕ ਬਹੁਤ ਵੱਡਾ ਇਸ਼ੂ ਆ। ਜੇ ਕੋਈ ਡੀਲ ਨਾ ਬਣੀ ਤੇ ਫੈਡਰਲ ਗਵਰਨਮੈਂਟ ਦੇ ਕਈ ਆਫਿਸਸ ਇਸ ਸ਼ੁੱਕਰਵਾਰ ਰਾਤ ਨੂੰ ਬੰਦ ਹੋ ਸਕਦੇ ਹੈਗੇ ਆ। ਹਾਊਸ ਸਪੀਕਰ ਮਾਈਕ ਜੌਨਸਨ, ਉਹਨਾਂ ਦੇ ਉੱਤੇ ਹੁਣ ਇਹ ਬਹੁਤ ਵੱਡਾ ਪ੍ਰੈਸ਼ਰ ਆ। ਪਹਿਲਾਂ ਤਾਂ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਸੀਗੇ ਕੈਬਨ ਮਕਾਰਥੀ ਹੁਣੀ, ਉਹਨਾਂ ਨੂੰ ਤਾਂ ਤੋੜ ਦਿੱਤਾ ਸੀ ਉਹਨਾਂ ਨੇ ਹਾਊਸ ਸਪੀਕਰ ਤੋਂ, ਹੁਣ ਆਪ ਆ, ਤੇ ਹੁਣ ਜਿਹੜੇ ਹਾਰਡ ਰਾਈਟ ਰਿਪਬਲਿਕਨ ਆ ਉਹਨਾਂ ਦੇ ਨਾਲ ਕਿੱਦਾਂ ਡੀਲ ਬਣਾਉਣੀ ਆ, ਇਹ ਇੱਕ ਬਹੁਤ ਔਖਾ ਬਣਿਆ ਹੋਇਆ ਨਿਊਯਾਰਕ ਟਾਈਮ ਦੇ ਮੁਤਾਬਕ। ਤੇ ਯੂਐਸ ਕਾਂਗਰਸ ਦੀ ਇੰਨੀ ਬੁਰੀ ਪੋਜੀਸ਼ਨ ਆ ਅਮਰੀਕਾ ਦੇ ਵਿੱਚ। ਅੱਜ ਜੋ ਰੇਟਿੰਗ ਆਈ ਹੈਗੀ ਆ 12% ਦੀ ਰੇਟਿੰਗ ਆ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਸਿਰਫ 12% ਲੋਕ ਕਹਿੰਦੇ ਆ ਵੀ ਜਿਹੜੀ ਯੂਐਸ ਕਾਂਗਰਸ ਦੇ ਵਿੱਚ ਲੋਕ ਹੈਗੇ ਆ, ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੈਗੇ ਆ, ਉਹ ਸਹੀ ਜੌਬ ਕਰ ਰਹੇ। ਸੋ ਐਡਾ ਬੁਰਾ ਹਾਲ ਜਿਹੜਾ ਆ ਯੂਐਸ ਕਾਂਗਰਸ ਦਾ ਹੋਇਆ ਪਿਆ। ਘਰੇ ਬਿਠਾ ਦੇਣਾ ਚਾਹੀਦਾ ਵਾਕਈ, ਜਿਸ ਹਿਸਾਬ ਦੇ ਨਾਲ ਕੰਮ ਚੱਲਦਾ ਹੈ। ਅਗਲੀ ਖਬਰ ਵੱਲ ਚਲੀਏ। ਜਿਹੜੇ ਹੰਟਰ ਬਾਈਡਨ ਆ, ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਸਨ, ਉਹਨਾਂ ਦੀ ਇੱਕ ਕਹਿੰਦੇ ਪਈ ਮੀਟ ਜਿਹੜੀ ਹੋਈ ਆ, ਕਲੋਜ਼ ਡੋਰ ਡੈਪੋਜੀਸ਼ਨ ਹੋਈ ਆ ਕੈਪੀਟਲ ਹਿੱਲ ਦੇ ਉੱਤੇ, ਜਿਹਦੇ ਵਿੱਚ ਉਹਨਾਂ ਨੇ ਸਾਰੇ ਹੀ ਚਾਰਜਸ ਜਿਹੜੇ ਉਹਨਾਂ ਤੇ ਲਾਏ ਜਾ ਰਹੇ ਆ ਰਿਪਬਲਿਕਨਸ ਵੱਲੋਂ। ਕਈ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ, ਜੋ ਉਹਨਾਂ ਦਾ ਸਨ ਹੰਟਰ ਬਾਈਡਨ ਆ, ਉਹਨਾਂ ਦੀਆਂ ਬਿਜ਼ਨਸ ਡੀਲਿੰਗਸ ਦੇ ਵਿੱਚ ਉਹ ਇਨਵੋਲਵ ਸੀ, ਜਾਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਜਿਹੜੀ ਆ ਹੈਲਪ ਕੀਤੀ ਹੈਗੀ ਆ। ਜਿਹੜੀ ਡੈਪੋਜੀਸ਼ਨ ਆ ਇਹ ਹਾਊਸ ਓਵਰਸਾਈਟ ਕਮੇਟੀ ਤੇ ਹਾਊਸ ਜੁਡੀਸ਼ਰੀ ਕਮੇਟੀ ਤੇ 2 ਜੀਓਪੀ ਕੰਟਰੋਲ ਪੈਨਲਸ ਹੈਗੇ ਆ, ਉੱਥੇ ਇਹ ਹੋਈ ਆ। ਤੇ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਇੰਪੀਚਮੈਂਟ ਦੀ ਜਿਹੜੀ ਇਨਕੁਆਰੀ ਆ ਉਹ ਵੀ ਇਹਦੇ ਨਾਲ ਹੀ ਰਿਲੇਟਡ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਹੰਟਰ ਬਾਈਡਨ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਆ ਕਿ ਮੈਂ ਵਕੀਲ ਆ, ਪ੍ਰੈਕਟਿਸਿੰਗ ਲਾਇਰ ਆ ਸੀਗਾ ਉਸ ਟਾਈਮ ਦੇ ਉੱਤੇ, ਪਰ ਕਿਸੇ ਤਰ੍ਹਾਂ ਦਾ ਵੀ ਮੇਰਾ ਜਿਹੜਾ ਫਾਦਰ ਆ ਉਹ ਕਿਸੇ ਵੀ ਬਿਜ਼ਨਸ ਦੇ ਵਿੱਚ ਜਿਹਦੇ ਚ ਮੈਂ ਇਨਵੋਲਵ ਸੀ, ਉਹ ਚਾਹੇ ਉਹ ਡੋਮੈਸਟਿਕ ਸੀਗਾ ਚਾਹੇ ਉਹ ਇੰਟਰਨੈਸ਼ਨਲ ਸੀ, ਕਿਸੇ ਤਰ੍ਹਾਂ ਇਨਵੋਲਵ ਨਹੀਂ ਸੀ। ਜੀ, ਜਿਹੜੀ ਇੰਪੀਚਮੈਂਟ ਜਿਸ ਆਧਾਰ ਦੇ ਉੱਤੇ ਚੱਲੀ ਆ, ਉਸ FBI ਨੂੰ ਜਿਹੜੀ ਸ਼ਿਕਾਇਤ ਕੀਤੀ ਗਈ, ਉਹ ਬਾਅਦ ਦੇ ਵਿੱਚ ਇਵੈਂਚੁਅਲੀ ਪਤਾ ਲੱਗਾ ਵੀ ਉਹ ਰਸ਼ੀਅਨ ਇੰਟੈਲੀਜੈਂਸ ਦੇ ਦੁਆਰਾ ਹੀ ਨਕਲੀ ਜਿਹੜੀ ਸਟੋਰੀ ਆ ਉਹ ਫੀਡ ਕੀਤੀ ਗਈ। ਜਿਸ ਬੰਦੇ ਨੇ ਉਹ ਸਟੋਰੀ ਦੱਸੀ ਸੀ ਇਸ ਪੂਰੇ ਯੂਕਰੇਨ ਵਾਲੇ ਮਾਮਲੇ ਦੇ ਵਿੱਚ, ਬਿਜ਼ਨਸ ਡੀਲਿੰਗ ਦੇ ਵਿੱਚ, ਉਹ ਖੁਦ ਉਸਨੇ ਇਵੈਂਚੁਅਲੀ ਜਿਹੜਾ ਉਹ ਮੰਨਿਆ ਸੀ। ਉਸ ਦੇ ਉਲਟ ਵੀ ਜਿਹੜੀ ਚਾਰਜਿਸ ਆ ਉਹ ਲੱਗ ਚੁੱਕੇ ਆ। ਸੋ ਹੁਣ ਜਿਹੜੇ ਡੈਮੋਕ੍ਰੇਟਸ ਉਹ ਕਹਿ ਰਹੇ ਆ ਵੀ ਭਾਈ ਜੇ ਤੁਹਾਡੀ ਸਟੋਰੀ ਨਿਰ ਆਧਾਰ ਆ ਤਾਂ ਇਹ ਇੰਪੀਚਮੈਂਟ ਅੱਗੇ ਵਧਣ ਦਾ ਕੋਈ ਤੋਕੀ ਜਿਹੜਾ ਉਹ ਨਹੀਂ ਬਣਦਾ। ਕਹਿੰਦੇ ਕਈ ਘੰਟੇ ਤੱਕ ਇਹ ਜਿਹੜੀ ਇੰਪੀਚਮੈਂਟ ਇਨਕੁਆਇਰੀ ਹੁਣ ਹੰਟਰ ਬਾਈਡਨ ਦੀ ਕਲੋਜ਼ ਡੋਰ ਜਿਹੜੀ ਚੱਲ ਰਹੀ ਆ ਉਹ ਹੋਊਗੀ। ਡੈਮੋਕ੍ਰੇਟਸ ਇਸ ਨੂੰ ਸ਼ਰੇਡ ਜਿਹੜੀ ਉਹ ਆਖਦੇ, ਕਹਿੰਦੇ ਵੀ ਮੈਗਾ ਮੋਟੀਵੇਟਡ ਕੌਨਸਪੀਰੇਸੀਜ਼ ਦੇ ਆਧਾਰ ਦੇ ਉੱਤੇ ਇਹ ਸਭ ਕੁਝ ਜਿਹੜਾ ਹੈ ਉਹ ਚੱਲ ਰਿਹਾ ਹੈਗਾ। ਸੋ ਦੇਖੋ ਬੜੇ ਚਿਰ ਦਾ ਇਹ ਰੌਲਾ ਪੈ ਰਿਹਾ ਆ। ਹੰਟਰ ਬਾਈਡਨ ਨੂੰ ਪਹਿਲਾਂ ਬਹੁਤ ਵਾਰੀ ਸਮਨ ਘੱਲੇ ਗਏ ਸੀਗੇ ਕਲੋਜ਼ ਡੋਰ ਡੈਪੋਜੀਸ਼ਨ ਦੇ ਲਈ, ਜਿਸ ਦੇ ਨੂੰ ਇਹ ਨਾ ਕਰਦਾ ਰਿਹਾ। ਉਹ ਕਈ ਵਾਰੀ ਉੱਥੇ ਜਾ ਕੇ ਬਾਹਰ ਪਬਲਿਕਲੀ ਜਿਹੜਾ ਉਹ ਆਉਂਦਾ ਰਿਹਾ ਵੀ ਮੈਂ ਪਬਲਿਕਲੀ ਦਊਂਗਾ। ਫਿਰ ਪਬਲਿਕਲੀ ਜਦੋਂ ਇਸ ਦੀ ਡੈਪੋਜੀਸ਼ਨ ਹੋ ਰਹੀ ਸੀ, ਟੈਸਟੀਮੋਨੀ ਹੋ ਰਹੀ ਸੀ, ਵਿੱਚ ਇਹ ਗੱਲਾਂ ਕਰਦਾ ਕਰਦਾ ਫਿਰ ਇਵੈਂਚੁਅਲੀ ਉੱਠ ਕੇ ਜਿਹੜਾ ਆ ਉਹ ਚਲਾ ਗਿਆ ਸੀ। ਤੇ ਹੁਣ ਇਵੈਂਚੁਅਲੀ ਉਹਦੇ ਵਕੀਲਾਂ ਦੇ ਕਹਿਣ ਦੇ ਉੱਤੇ ਤੇ ਇਹਨੇ ਹੁਣ ਮਨ ਬਣਾਇਆ ਵੀ ਇਹ ਜਿਹੜੀ ਕਲੋਜ਼ ਡੋਰ ਡੈਪੋਜੀਸ਼ਨ ਆ ਉਹ ਇਸ ਮਾਮਲੇ ਦੇ ਵਿੱਚ ਕਰੇਗਾ। ਸੋ ਦੇਖਦੇ ਆ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ।
1 ਸਾਲ ਤੋਂ ਲਗਾਤਾਰ ਇਸ ਦਰਵਾਜ਼ੇ ਦੇ ਪਿੱਛੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਸੱਦਿਆ ਜਾ ਰਿਹਾ ਸੀ ਤੇ ਹੰਟਰ ਬਾਈਡਨ ਫਾਈਨਲੀ ਕਹਿੰਦੇ ਆ ਵੀ ਉਹ ਹੁਣ ਡੈਪੋਜੀਸ਼ਨ ਦੇਣ ਦੇ ਲਈ ਪਹੁੰਚ ਚੁੱਕੇ ਆ। ਜੀ, ਅਗਲੀ ਖਬਰ, ਅਮਰੀਕਾ ਇੱਕ ਵਾਰੀ ਫੇਰ ਇੰਡੀਆ ਦੀ ਧੌਣ ਦੇ ਉੱਤੇ ਗੋਡਾ ਰੱਖਣ ਨੂੰ ਫਿਰਦਾ ਆ। ਨਵੀਆਂ ਸੈਂਕਸ਼ਨਸ ਜਿਹੜੀਆਂ ਰਸ਼ੀਅਨ ਤੇਲ ਵੇਚਣ ਦੇ ਲਈ ਲਾਈਆਂ ਗਈਆਂ ਹੈਗੀਆਂ ਆ ਨੈਵਲਿਨ ਦੀ ਮੌਤ ਤੋਂ ਬਾਅਦ, ਉਹਦੇ ਵਿੱਚ ਇੰਡੀਆ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ। ਜਿਹੜੀਆਂ ਨਵੀਆਂ ਸੈਂਕਸ਼ਨਸ ਮਾਸਕੋ ਦੇ ਉੱਤੇ ਲਾਈਆਂ ਗਈਆਂ ਆ, ਉਹਨਾਂ ਦਾ ਰਸ਼ੀਆ ਦਾ ਜਿਹੜਾ ਤੇਲ ਆ ਇੰਡੀਆ ਵਾਲੇ ਖਰੀਦ ਰਹੇ ਆ, ਸਭ ਤੋਂ ਬਿਗੇਸਟ ਵਾਇਰ ਹੈਗਾ ਆ, ਉਹਨੂੰ ਬਹੁਤ ਵੱਡਾ ਅਸਰ ਹੋਣ ਜਾ ਰਿਹਾ ਆ। ਵਾਸ਼ਿੰਗਟਨ ਨੇ ਪਿਛਲੇ ਸ਼ੁੱਕਰਵਾਰ ਨਵੀਆਂ ਸੈਂਕਸ਼ਨਸ ਜੋ ਸੈਕੰਡ ਐਨਵਰਸਰੀ ਮਾਸਕੋ ਦੀ, ਜਦੋਂ ਤੋਂ ਹੀ ਮਾਸਕੋ ਵਾਲਿਆਂ ਨੇ ਯੂਕਰੇਨ ਦੇ ਉੱਤੇ ਹਮਲਾ ਇਨਵੇਜਨ ਸ਼ੁਰੂ ਕੀਤੀ ਹੈਗੀ ਆ ਤੇ ਨਾਲ ਦੀ ਨਾਲ ਅਲੈਕਸੀ ਨੈਵਲਿਨ ਦੀ ਮੌਤ ਤੋਂ ਬਾਅਦ ਜੋ ਲਾਈਆਂ ਆ, ਰਸ਼ੀਆ ਦਾ ਇੱਕ ਲੀਡਿੰਗ ਟੈਂਕਰ ਗਰੁੱਪ ਹੈਗਾ ਸੌਵ ਕੰਪਲੋਟ, ਇਹ ਵਾਸ਼ਿੰਗਟਨ ਨੇ ਇਹਨੂੰ ਅਕਿਊਜ਼ ਕੀਤਾ ਆ ਵੀ ਇਹ G7 ਦਾ ਜੋ ਪ੍ਰਾਈਸ ਕੈਪ ਆ ਰਸ਼ੀਅਨ ਆਇਲ ਦੇ ਉੱਤੇ ਉਹਨੂੰ ਵਾਇਲੇਟ ਕਰ ਰਿਹਾ ਆ ਤੇ ਨਾਲ ਦੀ ਨਾਲ 14 ਕਰੂਡ ਆਇਲ ਟੈਂਕਰਸ ਇਸ ਸੌਵ ਕੰਪਲੋਟ ਕੰਪਨੀ ਦੇ ਨਾਲ ਰਿਲੇਟਡ ਹੈਗੇ ਆ। ਸੋ ਇਹਦੇ ਉੱਤੇ ਸੈਂਕਸ਼ਨਸ ਲੱਗਣ ਜਾ ਰਹੀਆਂ ਹੈਗੀਆਂ। ਇਹਦੇ ਸੰਬੰਧ ਦੇ ਵਿੱਚ ਇੰਡੀਅਨ ਰਿਫਾਈਨਰੀਜ਼ ਹੁਣ ਬੜੀਆਂ ਕੰਸਰਨਡ ਹੈਗੀਆਂ ਵੀ ਜੇ ਸਾਨੂੰ ਰਸ਼ੀਅਨ ਆਇਲ ਨਾ ਆਇਆ ਤਾਂ ਫਿਰ ਸਾਡਾ ਜਿਹੜਾ ਆ ਉਹ ਕੀ ਬਣੂਗਾ। ਇਹ ਵੀ ਦੱਸਦੇ ਜਾਈਏ, ਕਹਿੰਦੇ ਵੀ ਇੰਡੀਆ ਨੇ 2022 ਤੋਂ ਪਹਿਲਾਂ ਰਸ਼ੀਆ ਦਾ ਜਿਹੜਾ ਆਇਲ ਆ ਬਹੁਤ ਘੱਟ ਜਿਹੜਾ ਖਰੀਦਿਆ ਸੀ, ਕਿਉਂਕਿ ਜਿਹੜੀ ਫਰੇਟ ਕਾਸਟ ਸੀਗੀ ਉਹ ਬਹੁਤ ਹਾਈ ਸੀਗੀ ਤੇ ਰਿਫਾਈਨਰੀਜ਼ ਜਿਹੜੀਆਂ ਆ ਦੁਨੀਆ ਦੀਆਂ 3rd ਲਾਰਜੈਸਟ ਆਇਲ ਇੰਪੋਰਟਿੰਗ ਨੇਸ਼ਨ ਹੈਗੀਆਂ ਆ, ਉਹਨਾਂ ਦੇ ਨਵੇਂ ਵਾਇਰ ਇਹਨਾਂ ਨੂੰ ਲੱਭ ਗਏ ਸੀ। ਯੂਰਪ ਵਾਲਿਆਂ ਨੇ ਰਸ਼ੀਅਨ ਆਇਲ ਇੰਪੋਰਟ ਦੇ ਉੱਤੇ ਬੈਨ ਲਾਤਾ ਸੀ। ਸੋ ਕਾਮਰੇਡ ਰਸ਼ੀਆ ਨੇ ਇੰਡੀਆ ਨਾਲ ਰਲ ਕੇ ਜਿਹੜਾ ਆ ਇੰਡੀਆ ਨੂੰ ਤੇਲ ਵੇਚਣਾ ਸ਼ੁਰੂ ਕਰਤਾ। ਇੰਡੀਆ ਵਾਲਿਆਂ ਨੇ ਕਹਿਤਾ ਵੀ ਸਾਡੀ ਤਾਂ ਹੁਣ ਲੋਟਰੀ ਨਿਕਲ ਆਈ ਆ, ਕਿਉਂਕਿ ਸਾਰੀ ਦੁਨੀਆ ਨੇ ਤਾਂ ਰਸ਼ੀਆ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਹੈਗੀਆਂ ਤੇ ਰਸ਼ੀਆ ਜੇ ਦੱਸਦੇ ਜਾਈਏ, ਕਹਿੰਦੇ ਵੀ 2023 ਦੇ ਵਿੱਚ ਇੰਡੀਆ ਦਾ ਟੌਪ ਆਇਲ ਸਪਲਾਇਰ ਸੀਗਾ। ਸੋ ਸਾਊਥ ਏਸ਼ੀਅਨ ਨੇਸ਼ਨ ਨੇ ਕਹਿੰਦੇ ਵੀ 1.66 ਮਿਲੀਅਨ ਬੈਰਲਸ ਇੱਕ ਦਿਨ ਦੇ ਹਿਸਾਬ ਦੇ ਨਾਲ ਪਰ ਡੇ ਰਸ਼ੀਅਨ ਆਇਲ ਜਿਹੜਾ ਆ ਉਹ ਖਰੀਦਿਆ 2023 ਚ, ਜਦ ਕਿ 2022 ਦੇ ਵਿੱਚ ਇਹ 6.5 ਲੱਖ ਜਿਹੜਾ ਬੈਰਲ ਆ ਉਹਦੇ ਬਰਾਬਰ ਸੀਗਾ। ਸੋ ਜਿਹੜੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਦੀਆਂ ਰਿਫਾਈਨਰੀਜ਼ ਆ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ, ਇਹ ਸਾਰੀਆਂ ਰਸ਼ੀਆ ਦੇ ਜਿਹੜੇ ਮੇਜਰ ਬਾਇਰ ਸੀਗੇ ਉੱਥੋਂ ਆਇਲ ਲੈ ਕੇ ਆਉਂਦੇ ਸੀ ਜਿਹਨੂੰ ਇਹ ਰਿਫਾਈਨ ਕਰਦੇ ਸੀ। ਜੀ, ਜੇ ਦੇਖਿਆ ਜਾਵੇ ਤਾਂ CNN ਨੇ ਬੀਤੇ ਦਿਨੀ ਇੱਕ ਬੜੀ ਵੱਡੀ ਰਿਪੋਰਟ ਜਿਹੜੀ ਉਹ ਕੀਤੀ ਹੈ ਵੀ ਕਹਿੰਦੇ ਵੀ ਕ੍ਰੈਮਲਿਨ ਅਜੇ ਵੀ ਬਹੁਤ ਅਮੀਰ ਆ। ਇੰਡੀਆ ਇੱਕ ਜਿਹੜਾ US ਦਾ ਸੋ ਕਾਲਡ ਸਟ੍ਰੈਟੇਜਿਕ ਪਾਰਟਨਰ ਆ, ਉਹਨੇ $37 ਬਿਲੀਅਨ ਦਾ ਕੱਚਾ ਤੇਲ ਉਹਨਾਂ ਤੋਂ ਜਿਹੜਾ ਉਹ ਖਰੀਦਿਆ। ਜਿਹੜੀਆਂ ਸੈਂਕਸ਼ਨਸ ਆ ਕੱਚੇ ਤੇਲ ਦੇ ਉੱਤੇ ਸੀਗੇ, ਪਰ ਇੰਡੀਆ ਤੇ ਰੂਸ ਵਾਲਿਆਂ ਨੇ ਮਿਲ ਕੇ ਜਿਹੜੀ ਇਸ ਤਰੀਕੇ ਦੇ ਨਾਲ ਸਾਜ਼ਿਸ਼ ਜਿਹੜੀ ਉਹ ਕਹਿ ਲਓ ਵੀ ਰਚੀ, ਜਾਂ ਇਸ ਤਰੀਕੇ ਦੇ ਨਾਲ ਚਲਾਕੀ ਜਿਹੜੀ ਉਹ ਵਰਤੀ ਵੀ ਉਹ ਕਰੂਡ ਆਇਲ ਨੂੰ ਵਿਚਾਲੇ ਹੀ ਰਿਫਾਈਨ ਕਰਾ ਕੇ ਫਿਰ ਅਮਰੀਕਾ ਜਿਹੜਾ ਇੰਡੀਆ ਤੱਕ ਲੈ ਕੇ ਜਿਹੜੇ ਉਹ ਆਏ ਆ। ਤੇ ਹੁਣ ਜਿਹੜੀਆਂ ਆਈਆਂ ਨਵੀਆਂ ਸੈਂਕਸ਼ਨਸ ਦੇ ਵਿੱਚ ਇਹ ਪ੍ਰੋਬਲਮ ਆ ਸਕਦੀ ਹੈ। ਇਹੀ ਨਹੀਂ, ਯੂਰਪੀਅਨ ਸੰਘ ਵੀ ਭਾਰਤ ਦੀਆਂ ਕਈ ਜਿਹੜੀਆਂ ਕੰਪਨੀਆਂ ਦੇ ਉੱਤੇ ਸੈਂਕਸ਼ਨ ਲਾਉਣ ਨੂੰ ਜਿਹੜਾ ਉਹ ਫਿਰ ਰਿਹਾ ਹੈ। ਅੱਜ ਦੁਪਹਿਰ ਨੂੰ 3 ਤੋਂ 4 ਵਜੇ ਤੱਕ ਸਾਂਝੀ ਸੱਥ ਜਿਹੜਾ ਪ੍ਰੋਗਰਾਮ ਆ ਉਸ ਦੇ ਵਿੱਚ ਜਰਨਲਿਸਟ ਅਵਤਾਰ ਸਿੰਘ ਹੋਰਾਂ ਦੇ ਨਾਲ ਵਿਸ਼ੇਸ਼ ਜਿਹੜੀ ਜੀਓਪੋਲਿਟਿਕਸ ਗੱਲਬਾਤ ਆ ਉਹ ਹੋਣੀ ਆ। ਰੂਸ ਨੂੰ ਲੈ ਕੇ, ਚਾਈਨਾ ਨੂੰ ਲੈ ਕੇ, ਇੰਡੀਆ ਨੂੰ ਲੈ ਕੇ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ, ਕਿੱਦਾਂ ਮਾਈਨੋਰਟੀਜ਼ ਦੇ ਉੱਤੇ ਉਹਨਾਂ ਦੀ ਰੀਐਜੂਕੇਸ਼ਨ ਸੋ ਕਾਲਡ ਕੈਂਪਸ ਜਿੱਦਾਂ ਚਾਈਨਾ 'ਚ ਚੱਲ ਰਹੇ ਆ, ਉਹਦਾ ਕੀ ਅਰਥ ਆ, ਸਿੱਖਾਂ ਤੇ ਕੀ ਪ੍ਰਭਾਵ ਹੋ ਰਿਹਾ। ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨਵਲਨੀ ਦੇ ਬਾਰੇ ਜਿਹੜੀਆਂ ਉਹ ਸਾਰੀਆਂ ਗੱਲਾਂ ਜਿਹੜੀਆਂ ਹੋਣਗੀਆਂ। ਸੋ 3 ਤੋਂ 4 ਵਜੇ ਤੱਕ ਉਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਰਨਲਿਸਟ ਅਵਤਾਰ ਸਿੰਘ ਹੋਣਾ ਦੇ ਨਾਲ ਸੁਣਨਾ ਦੇਖਣਾ ਜਿਹੜਾ ਉਹ ਨਾ ਭੁੱਲਿਓ। ਸੋ ਇਹ ਰਿਊਟਰਸ ਦੀ ਬਹੁਤ ਵੱਡੀ ਰਿਪੋਰਟ ਸੀ ਅੱਜ ਜੋ ਸਾਂਝੀ ਕੀਤੀ ਹੈ ਰਸ਼ੀਅਨ ਆਇਲ ਸੇਲਸ ਟੂ ਇੰਡੀਆ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਜਾਰਜੀਆ ਦੀ ਯੂਨੀਵਰਸਿਟੀ ਵਿੱਚ ਇੱਕ ਬੱਚੀ ਦੇ ਅਨਡਾਕੂਮੈਂਟਡ ਇਮੀਗ੍ਰਾਂਟ ਵੱਲੋਂ ਕਤਲ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਦਾ ਨੰਬਰ 1 ਮੁੱਦਾ ਜਿਹੜਾ ਆ ਅਮਰੀਕਾ ਦੇ ਵਿੱਚ ਬਣਿਆ ਹੋਇਆ, ਉਹ ਤੁਹਾਡੇ ਨਾਲ ਡਿਸਕਸ ਕਰਾਂਗੇ।
ब्रेक तो बाद एक बार फिर आप सबका स्वागत है। तो प्रोग्राम चल रहा है जी इस टाइम अपडेट अमेरिका। हरजोत सिंह जी स्वागत है। सत श्री अकाल। ਵਾਹ ਜੀ ਆਇਆਂ ਨੂੰ। ਤੇ ਅਗਲੀ ਖਬਰ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਆ ਉਹ ਬਹੁਤ ਇੰਪੋਰਟੈਂਟ ਖਬਰਾਂ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਪਿਛਲੇ ਦਿਨਾਂ ਦੇ ਵਿੱਚ ਲੇਕਨ ਰਿਲੇ ਨਾਮ ਦੀ ਇੱਕ 22 ਸਾਲਾਂ ਦੀ ਨਰਸਿੰਗ ਸਟੂਡੈਂਟ ਦੀ ਬੱਚੀ ਸੀ ਯੂਨੀਵਰਸਿਟੀ ਆਫ ਜਾਰਜੀਆ ਦੇ ਵਿੱਚ,
ਜਦੋਂ ਉਹ ਸਵੇਰੇ ਦੌੜ ਰਹੀ ਸੀ ਤਾਂ ਉਸ ਨੂੰ ਇੱਕ ਇਲੀਗਲ ਇਮੀਗ੍ਰੈਂਟ ਵੈਨਜ਼ੂਏਲਾ ਦਾ ਬੰਦਾ ਆ, ਉਸਨੇ ਪੁੱਲ ਕਰ ਲਿਆ ਤੇ ਉਸ ਦੀ ਜਿਹੜੀ ਆ ਉਸ ਨੂੰ ਮਾਰ ਦਿੱਤਾ। ਹੁਣ ਇਹ ਜਿਹੜਾ ਇਸ਼ੂ ਆ ਬਹੁਤ ਵੱਡਾ ਬਣ ਗਿਆ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ, ਤੁਹਾਨੂੰ ਸਾਰਿਆਂ ਨੂੰ ਯਾਦ ਹੀ ਆ, ਜਦੋਂ 2016 ਦੇ ਵਿੱਚ ਇਲੈਕਸ਼ਨ ਹੋਈਆਂ ਸੀਗੀਆਂ, ਉਹ ਇਮੀਗ੍ਰੇਸ਼ਨ ਦਾ ਜਿਹੜਾ ਮੇਨ ਮੁੱਦਾ ਲੈ ਕੇ ਆਏ ਸੀ ਵੀ ਇਹ ਤਾਂ ਸਾਡੇ ਮੁਲਕ ਦੇ ਵਿੱਚ ਕ੍ਰਾਈਮ ਲੈ ਕੇ ਆ ਰਹੇ ਆ। ਸਪੈਨਿਸ਼ ਮੂਲ ਦੇ ਲੋਕਾਂ ਨੂੰ ਨਹੀਂ ਕਲੀਅਰਲੀ ਕਿਹਾ ਸੀ ਵੀ ਰੇਪਿਸਟ ਹੈਗੇ ਆ, ਬ੍ਰਿੰਗਿੰਗ ਕ੍ਰਾਈਮ ਆ, ਕੁਛ ਚੰਗੇ ਲੋਕ ਹੈਗੇ ਆ, ਇਹ ਉਹਨਾਂ ਦੀ ਸਟੇਟਮੈਂਟ ਸੀਗੀ। ਹੁਣ ਜਦੋਂ ਤੋਂ ਹੀ ਇਹ ਜਾਰਜੀਆ ਯੂਨੀਵਰਸਿਟੀ ਵਾਲਾ ਇਨਸੀਡੈਂਟ ਹੋਇਆ ਪਿਛਲੇ ਹਫ਼ਤੇ ਤੋਂ, ਤੇ ਪ੍ਰੈਸ਼ਰ ਬਹੁਤ ਜ਼ਿਆਦਾ ਆ। ਈਵਨ ਜਿਹੜੇ ਡੈਮੋਕ੍ਰੇਟਸ ਆ, ਜਿਹੜੀਆਂ ਉਹਨਾਂ ਦੀਆਂ ਸਟੇਟਸ ਆ, ਨਿਊਯਾਰਕ, ਸ਼ਿਕਾਗੋ, ਡੈਨਵਰ, ਇਹਨਾਂ ਸ਼ਹਿਰਾਂ ਦੇ ਜਿਹੜੇ ਲੀਡਰ ਆ, ਉਹ ਵੀ ਪ੍ਰੈਜ਼ੀਡੈਂਟ ਬਾਈਡਨ ਤੇ ਬਹੁਤ ਔਖੇ ਆ। ਕਹਿੰਦੇ ਵੀ ਹੁਣ ਜਦੋਂ ਟੈਕਸਿਸ ਵਾਲਿਆਂ ਨੇ ਬੱਸਾਂ ਭਰ ਕੇ ਵੱਖ-ਵੱਖ ਸ਼ਹਿਰਾਂ ਨੂੰ ਲੋਕਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ, ਤੇ ਉਹ ਕਹਿੰਦੇ ਵੀ ਸਾਡੇ ਜਿਹੜੇ ਸਾਰੇ ਰਿਸੋਰਸਿਸ ਆ ਉਹ ਖਤਮ ਹੋ ਗਏ, ਰਹਿਣ ਲਈ ਜਗ੍ਹਾ ਨਹੀਂ, ਸਕੂਲਾਂ ਦੇ ਵਿੱਚ ਪ੍ਰੋਬਲਮ ਪੈ ਰਹੀ ਹੈਗੀ ਆ, ਕਿਉਂਕਿ ਬੱਚਿਆਂ ਦੀ ਜਿਹੜੇ ਜਿੰਨੇ ਵੀ ਅਨਡਾਕੂਮੈਂਟਡ ਆ ਰਹੇ ਆ, ਉਹਨਾਂ ਦੀ ਗਿਣਤੀ ਬਹੁਤ ਵੱਡੀ ਆ। 7.5 ਮਿਲੀਅਨ ਦੇ ਕਰੀਬ ਪਿਛਲੇ 3 ਸਾਲਾਂ 'ਚ ਲੋਕ ਆਏ ਹੈਗੇ ਆ। ਸੋ ਇਹ ਇੱਕ ਇਸ਼ੂ ਬਹੁਤ ਵੱਡਾ ਬਣਦਾ ਜਾ ਰਿਹਾ ਹੈ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਗੈਲਪ ਪੋਲਸ ਆ, ਉਹਨਾਂ ਨੇ ਜੋ ਸਰਵੇ ਕੀਤਾ ਆ, ਉਹਦੇ ਵਿੱਚ ਕਹਿੰਦੇ ਵੀ 2019 ਤੋਂ ਬਾਅਦ ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਅਮਰੀਕਾ ਦੇ ਵਿੱਚ ਇਸ ਵੇਲੇ ਇਲੀਗਲ ਇਮੀਗ੍ਰੇਸ਼ਨ ਦੀ ਆ। 2024 ਦੀ ਜਨਵਰੀ ਦੇ ਵਿੱਚ ਮੇਨ ਮੁੱਦਾ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ 20% ਲੋਕ ਸੋਚਦੇ ਸੀ, ਜੋ ਉਹ ਵੱਧ ਕੇ ਹੁਣ 28% ਹੋ ਗਿਆ। ਗਵਰਨਮੈਂਟ ਦੇ ਉੱਤੇ ਜੋ ਆ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਸੀ ਵੀ ਕੀ ਕਾਂਗਰਸ ਦੀ ਰੇਟਿੰਗ ਹੈਗੀ ਆ, ਉਹ 21% ਸੀ ਜਨਵਰੀ 2024 ਚ, ਉਹ ਘਟ ਗਿਆ, ਹੁਣ 20% ਰਹਿ ਗਿਆ। ਇਕਨੋਮੀ ਜਿਹੜੀ ਆ, ਆਪਾਂ ਕਹਿੰਦੇ ਰਹਿੰਦੇ ਆ ਵੀ ਬਹੁਤ ਬੁਰਾ ਹਾਲ ਆ, ਇਕਨੋਮੀ 12% ਮੁੱਦਾ ਹੈ ਤੀਜੇ ਨੰਬਰ ਤੇ ਇਨਫਲੇਸ਼ਨ ਚੌਥੇ ਨੰਬਰ ਤੇ ਆ। 13% ਜਨਵਰੀ 2024 ਸੀ, ਹੁਣ ਉਹ ਸਿਰਫ 11% ਰਹਿ ਗਿਆ। ਸੋ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਇਹ ਜੋ ਮੁੱਦਾ ਆ ਇਮੀਗ੍ਰੇਸ਼ਨ ਦਾ, ਇਹ ਮੈਨੂੰ ਲੱਗਦਾ ਵੀ ਮੇਨ ਮੁੱਦਾ ਬਣਦਾ ਜਾ ਰਿਹਾ ਹੈ, ਬਣ ਚੁੱਕਾ ਆ। ਇਨਫੈਕਟ ਹਰਜੋਤ ਸਿੰਘ ਜੀ, ਇਹ ਇੱਕ ਅਹਿਮ ਮੁੱਦਾ ਆ। 2000 ਜਦੋਂ ਤੁਸੀਂ 16 ਦੀ ਉਹ ਗੱਲ ਕੀਤੀ ਸੀ, ਉਦੋਂ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਵਿੱਚ ਯਾਦ ਹੋਣਾ, ਸੈਨ ਫਰਾਂਸਿਸਕੋ ਦੇ ਵਿੱਚ ਇੱਕ ਕੇਟ ਨਾਂ ਦੀ ਬੀਬੀ ਸੀਗੀ, ਉਸ ਦਾ ਕਤਲ ਹੋਇਆ ਸੀ। ਜਿਸ ਬੰਦੇ ਨੇ ਗੋਲੀ ਚਲਾਈ ਸੀ, ਹੋਜ਼ੇ ਇਨਜ਼ ਗਾਰਸੀਆ ਸੀਗਾ, ਉਹ ਵੀ ਇਸੇ ਤਰੀਕੇ ਦੇ ਨਾਲ ਇਲੀਗਲ ਇਮੀਗ੍ਰੈਂਟ ਦੇ ਤੌਰ ਤੇ ਹੀ ਸੀਗਾ, ਤੇ ਉਸ ਟਾਈਮ ਦੇ ਉੱਤੇ ਵੀ ਇਦਾਂ ਹੀ ਮੁੱਦਾ ਬਣਿਆ ਸੀ। ਤੇ ਹੁਣ ਜਿਹੜਾ ਆਪਾਂ ਦੇਖ ਰਹੇ ਯੂਨੀਵਰਸਿਟੀ ਆਫ ਜਾਰਜੀਆ ਦੀ ਇੱਕ ਕੈਂਪਸ ਦੇ ਉੱਤੇ ਜਿਹੜਾ ਹੋਮਿਸਾਈਡ ਹੋਇਆ ਆ, ਇਹ ਵੀ ਇਮੀਗ੍ਰੇਸ਼ਨ ਦੇ ਮੁੱਦੇ ਦੇ ਨਾਲ ਆਣ ਜੁੜਿਆ ਹੈਗਾ ਆ। ਆਉਂਦੇ ਵੀਰਵਾਰ ਨੂੰ, ਕੱਲ ਨੂੰ, ਬਾਈਡਨ ਤੇ ਟਰੰਪ ਹੋਣਾ ਨੇ ਦੋਨਾਂ ਨੇ ਗੇੜਾ ਕੱਢਣਾ ਹੈ ਮੈਕਸੀਕੋ ਦੇ ਜਿਹੜੇ ਉਹ ਬਾਰਡਰ ਦੇ ਉੱਤੇ। ਸੋ ਇਮੀਗ੍ਰੇਸ਼ਨ ਦਾ ਜਿਹੜਾ ਐਂਗਲ ਆ, ਜਿੱਦਾਂ ਗੈਲਪ ਪੋਲ ਦਾ ਤੁਸੀਂ ਜ਼ਿਕਰ ਕੀਤਾ ਵੀ 28% ਜਿਹੜੇ ਲੋਕ ਆ, ਵੋਟਰਸ ਆ, ਉਹ ਹੁਣ ਇਸ ਨੂੰ ਮੇਨ ਮੁੱਦੇ ਦੇ ਤੌਰ ਦੇ ਉੱਤੇ ਦੇਖ ਰਹੇ ਆ। ਓਪਨ ਸਦਰਨ ਬਾਰਡਰ, ਇਹ ਅਕਸਰ ਟਰਮ ਆਪਾਂ ਨੂੰ ਜਿਹੜੀ ਉਹ ਦੇਖਣ ਨੂੰ ਸੁਣਨ ਨੂੰ ਜਿਹੜੀ ਉਹ ਮਿਲ ਰਹੀ ਆ, ਉਸੇ ਨੂੰ ਹੁਣ ਹੈਡ ਔਨ ਜਿਹੜਾ ਦੇਖਣ ਦੇ ਲਈ ਬਾਈਡਨ ਹੁਣੀ ਇਹ ਕੋਸ਼ਿਸ਼ ਕਰਨਗੇ ਵੀ ਨਹੀਂ ਸਭ ਕੁਝ ਠੀਕ ਆ, ਅਸੀਂ ਬੜਾ ਵਧੀਆ ਕੰਮ ਕਰਾਂਗੇ ਜਾਂ ਕਰ ਰਹੇ ਆ। ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੋਣਗੇ, ਉੱਥੇ ਜਾ ਕੇ ਕਹਿਣਗੇ ਵੀ ਦੇਖ ਲਓ, ਆਹ ਦੇਖੋ, ਇਹ ਇਸ ਟਾਈਮ ਹਾਲ ਇਮੀਗ੍ਰੇਸ਼ਨ ਦਾ ਜਿਹੜਾ ਉਹ ਬਣਿਆ ਪਿਆ ਆ। ਬਾਈਡਨ ਹੋਣਾ ਨੇ ਟਰੈਵਲ ਕਰਨਾ ਆ ਬਰਾਊਨਸਵਿਲ, ਟੈਕਸਸ ਦੇ ਵਿੱਚ, ਜਿਹੜਾ ਰੀਓ ਗ੍ਰੈਂਡੀ ਵੈਲੀ ਦੇ ਵਿੱਚ ਪੈਂਦਾ ਆ, ਜਿੱਥੇ ਸਭ ਤੋਂ ਵੱਧ ਜਿਹੜੀਆਂ ਬਾਰਡਰ ਕ੍ਰਾਸਿੰਗਸ ਦੇਖੀਆਂ ਜਾਂਦੀਆਂ ਆ। ਵਾਈਟ ਹਾਊਸ ਦੇ ਜਿਹੜੇ ਪ੍ਰੈਸ ਸਕੱਤਰ ਆ, ਕਰੀਨ ਜੀਨ ਪੀਅਰ, ਉਹਨਾਂ ਨੇ ਕੱਲ ਇਸ ਦੇ ਬਾਰੇ ਪਰਸੋਂ ਜਿਹੜੀ ਉਹ ਜਾਣਕਾਰੀ ਦਿੱਤੀ ਸੀ। ਕਹਿੰਦੇ ਵੀ ਬਾਰਡਰ ਏਜੰਟਸ ਨੂੰ ਮਿਲਣਗੇ ਤੇ ਬਾਈ ਪਾਰਟੀਜ਼ਨ ਲੈਜਿਸਲੇਸ਼ਨ ਦੀ ਗੱਲ ਕਰਨਗੇ। ਇਹ ਉਸ ਲੈਜਿਸਲੇਸ਼ਨ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਰਿਪਬਲਿਕਨਸ ਨੇ ਨਾ ਕਰ ਦਿੱਤੀ ਸੀ ਵੀ ਅਸੀਂ ਨਹੀਂ ਉਸ ਨੂੰ ਪਾਸ ਕਰਨਾ, ਜਿਸ ਦੇ ਵਿੱਚ ਕਈ ਤਰੀਕੇ ਦੀਆਂ ਇਹਨਾਂ ਨੇ ਰੋਕਾਂ ਤੇ ਹੋਰ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਸੀਗੀਆਂ। ਉਧਰ ਜਿਹੜੇ ਟਰੰਪ ਹੁਣੀ ਆ, ਉਹ ਈਗਲ ਪਾਸ ਟੈਕਸਸ, ਜੋ ਕਿ ਬਰਾਊਨਸਵਿਲ ਤੋਂ ਤਕਰੀਬਨ 325 ਮੀਲ ਦੂਰ ਆ, ਉੱਥੇ ਜਿਹੜੇ ਉਹ ਜਾਣਗੇ। ਇਹ ਇੱਕ ਹੌਟਸਪੌਟ ਬਣਿਆ ਆ ਜਿਹੜਾ ਸਟੇਟ ਤੇ ਫੈਡਰਲ ਕਲੈਸ਼ ਦਾ, ਜਿੱਥੇ ਯਾਦ ਹੋਣਾ ਟੈਕਸਸ ਦੇ ਜਿਹੜੇ ਗਵਰਨਰ ਗ੍ਰੈਗ ਐਬਟ ਹੋਣਾ ਨੇ ਕਿਹਾ ਸੀਗਾ ਵੀ ਅਸੀਂ ਫੈਡਰਲ ਬਾਰਡਰ ਏਜੰਟਸ ਆ, ਉਹਨਾਂ ਨੂੰ ਉਸ ਪਾਰਕ ਦੇ ਵਿੱਚ ਨਹੀਂ ਜਾਣ ਦੇਣਾ, ਕੰਡਿਆਲੀਆਂ ਤਾਰਾਂ ਲਾਈਆਂ, ਹੋਰ ਬਹੁਤ ਕੁਝ ਜਿਹੜਾ ਉੱਥੇ ਆਪਾਂ ਦੇਖਿਆ ਸੀ। ਸਟੇਟ ਦਾ, ਫੈਡਰਲਿਜ਼ਮ ਦਾ
ਇੱਕ ਸਵਾਲ ਜਿਹੜੇ ਆ ਇਸ ਪੂਰੇ ਮੁੱਦੇ ਦੇ ਉੱਤੇ ਬਣੇ ਸੀਗੇ। ਪਰ ਹੁਣ ਦੋਨੋਂ ਹੀ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਆਪੋ ਆਪਣੀ ਪਾਰਟੀ ਦੇ, ਉਹ ਹੁਣ ਇਸ ਮੁੱਦੇ ਦੇ ਉੱਤੇ ਵੀਰਵਾਰ ਇੱਕੋ ਦਿਨ ਜਿਹੜੇ ਆ ਉੱਥੇ ਪਹੁੰਚ ਰਹੇ ਆ। ਦੇਖੋ ਕੀ ਹੁੰਦਾ ਆ। ਇਮੀਗ੍ਰੇਸ਼ਨ ਦੇ ਵਿੱਚ ਖਬਰਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਆ। ਕੀ ਇਸ ਦੇ ਵਿੱਚ ਹੋਣਾ ਆ? ਉਧਰ ਕਹਿੰਦੇ ਵੀ ਰਿਪਬਲਿਕਨਸ ਲਗਾਤਾਰ ਉਹ ਅਟੈਕ ਕਰ ਰਹੇ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਉੱਤੇ ਪਿਛਲੇ ਲਗਾਤਾਰ 3 ਸਾਲਾਂ ਤੋਂ। ਇਹਦੇ ਵਿੱਚ ਕਹਿੰਦੇ ਵੀ ਕੋਈ ਬਹੁਤਾ ਜਿਹੜਾ ਅਜੇ ਤੱਕ ਫਰਕ ਨਹੀਂ ਪਿਆ। ਜਿੱਦਾਂ ਮੈਂ ਪਹਿਲਾਂ ਦੱਸਿਆ ਵੀ ਕੰਜ਼ਰਵੇਟਿਵ ਨੇ ਜਿਹੜਾ ਬਾਈਪਾਰਟੀਜ਼ਨ ਬਿੱਲ ਸੀ ਉਸਨੂੰ ਟਾਰਪੀਡੋ ਤਾਂ ਜਿਹੜਾ ਉਹ ਕਰ ਦਿੱਤਾ ਸੀਗਾ। ਪਰ ਹੁਣ ਇਸ ਦਾ ਕੌਣ ਫਾਇਦਾ ਜਿਹੜਾ ਉਹ ਲਊਗਾ, ਕੀ ਹਾਲਾਤ ਇਵੈਂਚੁਅਲੀ ਇਸ ਦੇ ਵਿੱਚ ਬਣਨਗੇ, ਇਹ ਇੱਕ ਜਿਹੜੀ ਇੱਕ ਵੱਡੀ ਚਰਚਾ ਆ ਉਹ ਇਸ ਟਾਈਮ ਛਿੜੀ ਪਈ ਹੈਗੀ ਆ। ਲੇਟੈਸਟ ਰਿਪੋਰਟ ਦੇ ਮੁਤਾਬਕ ਫੌਕਸ ਨਿਊਜ਼ ਰਿਪੋਰਟ ਕਰ ਰਿਹਾ ਸੀਗਾ ਵੀ 7.3 ਮਿਲੀਅਨ ਲੋਕ ਪਿਛਲੇ 3-4 ਸਾਲਾਂ ਦੇ ਵਿੱਚ ਅਮਰੀਕਾ 'ਚ ਕ੍ਰਾਸ ਹੋ ਕੇ, ਬਾਰਡਰ ਕ੍ਰਾਸ ਕਰਕੇ ਜਿਹੜੇ ਉਹ ਹੋਏ ਆ, ਜੋ ਕਿ ਪਿਛਲੇ ਜਿੰਨੇ ਵੀ ਰਿਕਾਰਡ ਆ ਸਾਰਿਆਂ ਨੂੰ ਉਸਨੇ ਤੋੜ ਦਿੱਤਾ ਹੈਗਾ ਆ। ਸੋ ਹਾਲਾਤ ਅੱਗੇ ਕਿੱਦਾਂ ਦੇ ਬਣਨ ਵਾਲੇ ਆ, ਇਹ ਇੱਕ ਵੱਡੀ ਜਿਹੜੀ ਚਰਚਾ ਦਾ ਜਿਹੜਾ ਉਹ ਵਿਸ਼ਾ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ ਪੋਲਸ ਵੀ ਹੁਣ ਇਹ ਕਹਿ ਰਹੀਆਂ ਆ ਵੀ ਇਮੀਗ੍ਰੇਸ਼ਨ ਹੀ ਇਸ ਟਾਈਮ ਮੇਨ ਮੁੱਦਾ, ਫਸਟ ਇਸ਼ੂ ਜਿਹੜਾ ਆ ਉਹ ਬਣ ਚੁੱਕਾ ਆ। ਸੋ ਬਾਟਮ ਲਾਈਨ ਇਹ ਆ ਵੀ ਬਹੁਤ ਸਾਰੇ ਅਮਰੀਕਨ ਇਹ ਸੋਚ ਰਹੇ ਆ ਵੀ ਇਕਨੋਮੀ ਤੇ ਇਨਫਲੇਸ਼ਨ ਇਹ ਸਾਨੂੰ ਹਿੱਟ ਕਰ ਰਿਹਾ। ਪਰ ਜਿਸ ਹਿਸਾਬ ਨਾਲ ਮੈਂ ਗੈਲਪ ਪੋਲ ਦੇ ਅੱਜ ਸਰਵੇ ਆਏ ਆ, ਤੁਹਾਨੂੰ ਦੱਸਿਆ ਵੀ ਮੇਨ ਮੁੱਦਾ ਹੁਣ ਇਮੀਗ੍ਰੇਸ਼ਨ ਬਣ ਗਿਆ ਹੈਗਾ ਆ। ਇਹ 2019 ਤੋਂ ਬਾਅਦ ਇੰਨੀ ਵੱਡੀ ਗਿਣਤੀ ਦੇ ਵਿੱਚ ਬਣਿਆ ਹੈਗਾ। ਸੋ ਈਵਨ ਦੋ ਬਹੁਤ ਸਾਰੇ ਲੋਕ ਡਿਸਸੈਟਿਸਫਾਈਡ ਹੈਗੇ ਆ ਫੈਡਰਲ ਲੀਡਰਸ ਦੇ ਨਾਲ। ਇਕਨੋਮੀ ਥੋੜੀ ਜਿਹੀ ਇੰਪਰੂਵ ਹੋਈ ਆ, ਪਰ ਇਮੀਗ੍ਰੇਸ਼ਨ ਮੇਨ ਮੁੱਦਾ ਬਣਦਾ ਜਾ ਰਿਹਾ। ਸੋ ਇੰਨਾ ਮੇਨ ਮੁੱਦਾ ਬਣ ਗਿਆ, ਜੇ ਮੈਂ ਤੁਹਾਨੂੰ ਦੱਸਦਾ ਜਾਵਾਂ, ਐਰੀਜ਼ੋਨਾ ਦੀ GOP ਇੱਕ ਇਦਾਂ ਦਾ ਬਿੱਲ ਲੈ ਕੇ ਆ ਰਹੇ ਆ, ਉਹਦੇ ਮੁਤਾਬਕ ਜੇ ਕੋਈ ਵੀ ਅਨਡਾਕੂਮੈਂਟ ਮਾਈਗ੍ਰੈਂਟ ਕਿਸੇ ਤਰ੍ਹਾਂ ਤੁਹਾਡੀ ਪ੍ਰਾਪਰਟੀ ਤੇ ਟ੍ਰੈਸਪਾਸ ਕਰ ਰਿਹਾ ਤੇ ਉਹਨੂੰ ਤੁਸੀਂ ਮਾਰ ਸਕਦੇ ਹੋ। ਸੋ ਇਹ ਇਦਾਂ ਦਾ ਬਿੱਲ ਐਰੀਜ਼ੋਨਾ ਦੀ ਅਸੈਂਬਲੀ ਦੇ ਵਿੱਚ ਆ ਰਿਹਾ। ਸੋ ਇਹ ਜਿਹੜਾ ਲੈਜਿਸਲੇਸ਼ਨ ਆ, ਇਹ ਕਹਿੰਦੇ ਹੋਪਫੁਲੀ, ਕਿਉਂਕਿ ਗਵਰਨਰ ਜਿਹੜਾ ਉੱਥੇ ਦਾ ਡੈਮੋਕ੍ਰੇਟ ਆ, ਉਹ ਇਸ ਨੂੰ ਵੀਟੋ ਕਰ ਦਊਗਾ। ਪਰ ਸੈਨੇਟਰ ਜਿਹੜੇ ਸਟੇਟ ਰਿਪਰੈਜ਼ੈਂਟੇਟਿਵ ਜਸਟਨ ਹੀਪ ਆ, ਉਹ ਇਸ ਬਿੱਲ ਨੂੰ ਲੈ ਕੇ ਆ ਰਹੇ ਆ। ਕਹਿੰਦੇ ਵੀ ਲੂਪ ਹੋਲ ਬਹੁਤ ਹੈਗੇ ਆ ਜੋ US ਦੇ ਫੈਡਰਲਸ ਲਾਅ ਆ, ਤੇ ਲੋਕ ਧੜਾ ਧੜ ਜੋ ਆ ਅਮਰੀਕਾ ਨੂੰ ਆ ਰਹੇ ਹੈਗੇ ਆ। ਸੋ ਕਾਰਨ ਕੀ ਆ ਵੀ ਪਿਛਲੇ ਸਾਲ ਇੱਕ ਜਾਰਜ ਐਲਨ ਕੈਲੀ ਨਾਮ ਦੇ ਐਰੀਜ਼ੋਨਾ ਦਾ ਰੇਂਜਰ ਆ, ਜਿਹਦਾ ਫਾਰਮ ਆ, ਉਸ ਨੇ ਇੱਕ ਮਾਈਗ੍ਰੈਂਟ ਜੋ ਉੱਥੋਂ ਲੰਘ ਰਿਹਾ ਸੀ, ਗੈਬਰੀਅਲ ਬਿਊਟੀਮੀਆ, ਉਹਦੀ ਪ੍ਰਾਪਰਟੀ ਚੋਂ ਲੰਘ ਰਿਹਾ ਸੀ, 170 ਏਕੜ ਦੀ ਪ੍ਰਾਪਰਟੀ ਸੀ, ਉਸਨੂੰ ਉਸਨੇ ਗੋਲੀਆਂ ਨਾਲ ਮਾਰ ਦਿੱਤਾ ਸੀ। ਉਸ ਦਾ ਜਿਹੜਾ ਟ੍ਰਾਇਲ ਆ ਉਹ 21 ਮਾਰਚ ਨੂੰ ਸ਼ੁਰੂ ਹੋਣਾ ਹੈਗਾ। ਸੋ ਇੰਨੀ ਜ਼ਿਆਦਾ ਜਿਹੜੀ ਆ ਸੋ ਇਸ ਇਸ਼ੂ ਨੂੰ ਲੈ ਕੇ ਜਿਹੜੀ ਹੇਟ ਆ ਉਹ ਵੱਧ ਰਹੀ ਆ। ਸੋ ਇਮੀਗ੍ਰੈਂਟਸ ਦੇ ਅਗੇਂਸਟ ਵੀ ਜਿਹੜੀ ਨੈਚੁਰਲੀ ਹੇਟ ਇਹ ਵਧਣੀ ਹੈਗੀ ਆ। ਸੋ ਇਮੀਗ੍ਰੇਸ਼ਨ ਦਾ ਮੁੱਦਾ, ਇਲੀਗਲ ਇਮੀਗ੍ਰੇਸ਼ਨ ਦਾ ਮੁੱਦਾ ਇਸ ਟਾਈਮ ਅਮਰੀਕਾ ਦੇ ਵਿੱਚ ਨੰਬਰ 1 ਮੁੱਦਾ ਬਣਿਆ ਜੀ। ਤੇ ਜਿੱਦਾਂ ਹੇਟ ਦੀ ਗੱਲ ਕਰ ਰਹੇ ਆ, ਜਿੰਨਾ ਮਰਜ਼ੀ ਕੋਈ ਇੱਥੇ ਕਹੇ ਵੀ ਅਸੀਂ ਸਿਟੀਜ਼ਨ ਆ, ਕੀ ਆ, ਆਪਣੀ ਆਇਡੈਂਟੀਟੀ ਵੱਖਰੀ ਆ। ਕਹਿੰਦਾ ਉਹਨੇ ਇਹ ਨਹੀਂ ਦੇਖਣਾ ਵੀ ਤੁਹਾਡਾ ਸਟੇਟਸ ਕੀ ਆ। ਉਹ ਕਈ ਵਾਰੀ ਕਮਲੇ ਬੰਦੇ ਜਿਹੜੇ ਉਹ ਤੁਰੇ ਫਿਰਦੇ ਆ। ਸੋ ਅਲਰਟ ਰਿਹਾ ਕਰੋ, ਸਤਰਕ ਰਿਹਾ ਕਰੋ, ਜਿੱਥੇ ਵੀ ਤੁਸੀਂ ਆ ਜਾ ਰਹੇ ਆ, ਕਿੱਦਾਂ ਆ ਪਬਲਿਕ ਪਲੇਸਿਸ ਦੇ ਉੱਤੇ ਵੀ, ਖਾਸ ਕਰਕੇ ਇਕੱਲੇ ਘੁੰਮਣ ਵਾਲੀਆਂ ਜਿਹੜੀਆਂ ਆਦਤਾਂ ਉਹ ਥੋੜ੍ਹੀਆਂ ਜੀਆਂ ਛੱਡਣੀਆਂ ਚਾਹੀਦੀਆਂ। ਲੋਕ ਵੈਸੇ ਹੀ ਇੱਥੇ ਕਮਲੇ ਤੁਰੇ ਫਿਰਦੇ ਆ, ਤੇ ਯੂ ਨੈਵਰ ਨੋ ਵੀ ਕਿੰਨੇ ਕਿਹੜੀ ਚੀਜ਼ ਤੋਂ ਜਿਹੜਾ ਆ ਉਹ ਟ੍ਰਿਗਰ ਹੋ ਜਾਣਾ ਹੁੰਦਾ ਆ। ਸੋ ਜੋੜੇ ਜੂੜੇ ਬਣਾ ਕੇ ਇਕੱਠੇ ਮਿਲ ਕੇ ਜਿਹੜਾ ਆ ਆਉਣ ਜਾਣ ਵਾਲਾ ਕੰਮ ਆ, ਸੈਰ ਸਪਾਟੇ ਵਾਲਾ ਕੰਮ ਵੀ ਜਿਹੜਾ ਉਹ ਕੀਤਾ ਜਾਵੇ। ਹਾਲਾਤ ਇਦਾਂ ਦੇ ਆ। ਹਾਂ, ਆਈਡੀਅਲ ਵਰਲਡ ਦੇ ਵਿੱਚ ਇਦਾਂ ਨਹੀਂ ਹੋਣਾ ਚਾਹੀਦਾ, ਪਰ ਇਹ ਹੋ ਜਾਂਦਾ ਆ। ਸੋ ਇਸ ਲਈ ਆਪਾਂ ਨੂੰ ਉਸ ਦੇ ਲਈ ਅਲਰਟ ਜ਼ਰੂਰ ਰਹਿਣਾ ਚਾਹੀਦਾ ਹੈਗਾ ਆ। ਤੇ ਇੱਕ ਹੋਰ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇੱਕ ਹੋਰ ਨਿਊਜ਼ ਆ ਰਹੀ ਆ, ਕਹਿ ਸਕਦੇ ਆ ਵੀ ਕੈਪੀਟਲ ਹਿੱਲ ਤੋਂ ਮਿਚ ਮੈਕੋਨਲ ਸਟੈਪ ਡਾਊਨ ਕਰ ਰਹੇ ਆ। ਕੀ ਆ ਉਹ ਪੂਰਾ ਮਾਜਰਾ, ਉਸ ਦੇ ਬਾਰੇ ਜਿਹੜੀ ਆਪਾਂ ਚਰਚਾ ਕਰਾਂਗੇ। ਤੇ ਹੋਰ ਜਿਹੜੀਆਂ ਖਬਰਾਂ ਦੇ ਵਿੱਚ ਗੂਗਲ ਦੀ ਜਿਹੜੀ AI ਦੀ ਜੈਮਨਾਈ ਇਮੇਜਸ ਆ,
ਉਸ ਦਾ ਕੀ ਬਣਿਆ, ਉਹਨੂੰ ਲੈ ਕੇ ਬਹੁਤ ਵੱਡੇ ਵਿਵਾਦ ਚੱਲ ਰਹੇ ਆ। ਉਹਦੇ ਬਾਰੇ ਕੀ ਹੈ, ਟਰੰਪ ਹੁਣਾਂ ਦੀ $454 ਮਿਲੀਅਨ ਵਾਲੀ ਜੱਜਮੈਂਟ ਦੇ ਉੱਤੇ ਉਹ ਅੱਗੇ ਕੀ ਕਰਨਾ ਚਾਹੁੰਦੇ ਆ, ਚਰਚਾ ਕਰਾਂਗੇ ਇਸ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब का स्वागत है। सो तो प्रोग्राम चल रहा जी अपडेट अमेरिका। हरजोत सिंह जी आਇਆਂ ਨੂੰ स्वागत है। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਬ੍ਰੇਕਿੰਗ ਨਿਊਜ਼ ਆ ਰਹੀ ਆ ਕੈਪੀਟਲ ਹਿੱਲ ਤੋਂ। ਜੀਓਪੀ ਦੇ ਜਿਹੜੇ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੌਨਲ ਉਹ ਕਹਿ ਰਹੇ ਆ ਵੀ ਐਜ਼ ਏ ਜਿਹੜੇ ਸਾਈਨੇਟ ਮਾਈਨੋਰਟੀ ਲੀਡਰ ਦੇ ਅਹੁਦੇ ਤੋਂ ਉਹ ਹੁਣ ਸਟੈਪ ਡਾਊਨ ਕਰਨ ਜਾ ਰਹੇ ਆ, ਉਸ ਤੋਂ ਪਰੇ ਹੋ ਜਾਣਗੇ। ਕੰਟੱਕੀ ਤੋਂ ਇਹ ਜਿਹੜੇ ਰਿਪਬਲਿਕਨ ਪਾਰਟੀ ਦੇ ਲੌਂਗੈਸਟ ਸਰਵਿੰਗ ਲੀਡਰ ਰਹੇ ਆ ਸੈਨੇਟ ਦੀ ਹਿਸਟਰੀ ਦੇ ਵਿੱਚ। ਇਹਨਾਂ ਨੂੰ ਰਿਪਲੇਸ ਕਰਨ ਦੇ ਲਈ ਇਹਨਾਂ ਦੀ ਥਾਂ ਦੇ ਉੱਤੇ ਕੌਣ ਆਊਗਾ, ਜਿਹੜਾ ਸੈਨੇਟ ਦਾ ਜੀਓਪੀ ਦਾ ਜਿਹੜਾ ਲੀਡਰ ਆ, ਉਸ ਦੇ ਲਈ ਜੀਓਪੀ ਕਾਨਫਰੰਸ ਨਵੰਬਰ ਦੇ ਵਿੱਚ ਹੋਣ ਜਾ ਰਹੀ ਹੈਗੀ ਆ। ਇਹ ਜੀਓਪੀ ਦੇ ਸੈਨੇਟ ਦੇ ਜਿਹੜੇ ਲੀਡਰ ਆ 2007 ਤੋਂ ਲੈ ਕੇ ਹੁਣ ਤੱਕ ਬਣੇ ਰਹੇ ਆ। ਇਹਨਾਂ ਦਾ ਤੇ ਟਰੰਪ ਹੋਣਾ ਦਾ ਵੀ ਜਿਹੜਾ ਇਕਰਾਰ ਆ ਉਹ ਧੱਕਾ ਆ। ਇੱਕ ਹਿਸਾਬ ਦੇ ਨਾਲ ਸਿੰਘ ਜਿਹੜੇ ਆ ਉਹ ਫਸਦੇ ਰਹੇ ਆ। ਜਿੱਥੇ ਜਿਹੜੀ ਐਸਟੈਬਲਿਸ਼ਮੈਂਟ ਆ ਜੀਓਪੀ ਦੀ ਪਾਰਟੀ, ਉਹ ਟਰੰਪ ਉਹਨਾਂ ਨੂੰ ਬਹੁਤਾ ਅੱਗੇ ਨਹੀਂ ਆਉਣ ਦੇਣਾ ਚਾਹੁੰਦੀ। ਇਹ ਅੰਦਰ ਜਿਹੜੀਆਂ ਗੱਲਾਂ ਚੱਲਦੀਆਂ ਰਹੀਆਂ, ਤੇ ਉਧਰ ਜਿਹੜਾ ਪਰ ਟਰੰਪ ਹੋਣਾ ਦਾ ਹੋਲਡ ਆ ਜੀਓਪੀ ਪਾਰਟੀ ਦੇ ਉੱਤੇ ਬਹੁਤ ਹੀ ਜ਼ਿਆਦਾ ਮਜ਼ਬੂਤ ਉਹ ਹੋ ਚੁੱਕਾ ਆ। ਤੇ ਉਹਨਾਂ ਦੇ ਨਾਲ ਕਹਿ ਲਓ ਵੀ ਜਿਹੜਾ ਵੀ ਅੜਿਆ ਆ ਉਹ ਤਕਰੀਬਨ ਲਾਂਭੇ ਹੁੰਦਾ ਹੀ ਦੇਖਿਆ ਗਿਆ ਹੈਗਾ ਆ। ਸੋ ਕੰਟੱਕੀ ਦੇ ਜਿਹੜੇ ਰਿਪਬਲਿਕਨ ਪਾਰਟੀ ਦੇ ਲੌਂਗੈਸਟ ਸਰਵਿੰਗ ਜਿਹੜੇ ਜੀਓਪੀ ਦੇ ਲੀਡਰ ਆ, ਉਹਨਾਂ ਨੇ ਅੱਜ ਆਪਣੀ ਵੈਡਨਸਡੇ ਜੋ ਸੈਨੇਟ ਤੋਂ ਜਿਹੜੀ ਸਪੀਚ ਦਿੱਤੀ ਆ, ਉਸ ਦੇ ਵਿੱਚ ਜ਼ਿਕਰ ਕੀਤਾ ਆ। ਕਹਿੰਦੇ ਵੀ ਮੈਂ ਆਪ ਹੀ ਚਾਹ ਰਿਹਾ ਸੀਗਾ ਵੀ ਇਹ ਜਿਹੜੀ ਖਬਰ ਆ ਸੈਨੇਟ ਦੇ ਵਿੱਚ ਦੱਸਾਂ, ਤੇ ਕਹਿੰਦੇ ਵੀ ਹੁਣ ਮੈਨੂੰ ਟੋਟਲ ਕਲੈਰਿਟੀ ਆ ਤੇ ਮੈਂ ਆਪਣੇ ਕੰਮ ਦੇ ਵਿੱਚ ਖੁਸ਼ ਹਾਂ। ਸੋ ਕਹਿੰਦੇ ਵੀ ਅੱਜ ਉਹ ਦਿਨ ਆ ਗਿਆ। 82 ਸਾਲਾਂ ਦੇ ਵਿੱਚ ਮੈਕੋਨਲ ਉਹ ਕਹਿੰਦੇ ਵੀ ਇੱਕ ਜਿਹਦਾ ਸ਼ਰੂਡ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ, ਟੈਕਟੀਸ਼ੀਅਨ ਦੇ ਤੌਰ ਦੇ ਉੱਤੇ ਜਿਹੜੇ ਉਹ ਦੇਖੇ ਜਾਂਦੇ ਰਹੇ ਆ। ਰੀਸੈਂਟਲੀ ਇਹ ਇੱਕ ਦੋ ਵਾਰੀ ਬਿਮਾਰ ਵੀ ਹੋਏ ਸੀ। ਪ੍ਰੈਸ ਕਾਨਫਰੰਸ ਕਰਦੇ ਕਰਦੇ ਭੁੱਲ ਗਏ ਸੀਗੇ, ਇੱਕ ਵਾਰੀ ਡਿੱਗ ਵੀ ਪੈਣ ਲੱਗੇ ਸੀਗੇ। ਸੋ ਇਹ ਸਾਰਾ ਕੁਝ ਹੋਇਆ ਆ। ਸੋ ਲੇਟੈਸਟ ਬ੍ਰੇਕਿੰਗ ਨਿਊਜ਼ ਇਹੀ ਆ ਵੀ ਐਜ਼ ਏ ਸੈਨੇਟ ਦੇ ਲੀਡਰ ਦੇ ਵਜੋਂ, ਜੀਓਪੀ ਦੇ ਲੀਡਰ ਵਜੋਂ ਇਹ ਹੁਣ ਸਟੈਪ ਡਾਊਨ ਕਰਨ ਜਾ ਰਹੇ ਆ, ਅਸਤੀਫਾ ਦੇ ਰਹੇ ਆ ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਜਿਹੜਾ ਇੰਸ਼ੋਰੈਂਸ ਦਾ ਕ੍ਰਾਈਸਿਸ ਆ ਉਹ ਵੱਧ ਤੋਂ ਜਿਹੜਾ ਬਦਤਰ ਹੁੰਦਾ ਜਾ ਰਿਹਾ ਹੈਗਾ। ਕੈਲੀਫੋਰਨੀਆ ਚੋਂ ਧੜਾ ਧੜ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਭੱਜ ਰਹੀਆਂ ਹੈਗੀਆਂ। ਅੱਜ ਦੀ ਡੇਟ ਦੇ ਵਿੱਚ 80 to 90% ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ 'ਚ, ਖਾਸ ਕਰਕੇ ਜਿਹੜੀ ਪ੍ਰਾਪਰਟੀ ਦੀ ਇੰਸ਼ੋਰੈਂਸ ਆ, ਹੋਮ ਓਨਰ ਇੰਸ਼ੋਰੈਂਸ ਨਹੀਂ ਲਿਖ ਰਹੀਆਂ। ਈਵਨ ਆਟੋ ਇੰਸ਼ੋਰੈਂਸ ਨੂੰ ਵੀ ਲੈ ਕੇ ਬਹੁਤ ਸਾਰੀਆਂ ਕੰਪਨੀਆਂ ਨਵਾਂ ਬਿਜ਼ਨਸ ਨਹੀਂ ਲਿਖ ਰਹੀਆਂ। ਜੋ ਲਿਖ ਵੀ ਰਹੀਆਂ ਉਹਨਾਂ ਦਾ ਵੇਟਿੰਗ ਪੀਰੀਅਡ ਹੈਗਾ, ਤੇ ਕਈਆਂ ਦੇ ਜਿਨ੍ਹਾਂ ਦੇ ਹਜੇ ਵੀ ਘੱਟ ਰੇਟ ਹੈਗੇ ਆ, ਉਹ ਜਿੱਦਾਂ ਜਿੱਦਾਂ ਰਿਨਿਊਲ ਆਈ ਜਾਂਦੇ ਆ 50 ਤੋਂ ਲੈ ਕੇ 100% ਤੱਕ ਲੋਕਾਂ ਦੇ ਰੇਟ ਵੱਧ ਰਹੇ ਆ। ਅੱਜ ਇਹ ਖਬਰ ਆ ਰਹੀ ਹੈ ਵੀ ਕੈਲੀਫੋਰਨੀਆ ਚੋਂ 2 ਹੋਰ ਇੰਸ਼ੋਰੈਂਸ ਕੰਪਨੀਆਂ ਜੋ ਘਰਾਂ ਦੀਆਂ ਇੰਸ਼ੋਰੈਂਸ ਕਰਦੀਆਂ ਸੀਆਂ ਉਹ ਛੱਡ ਰਹੀਆਂ ਆ, ਬਾਹਰ ਜਾ ਰਹੀਆਂ, ਤੇ ਨਾਲ ਦੀ ਨਾਲ ਜਿਹੜੀਆਂ ਜਿੰਨੀਆਂ ਵੀ ਪਾਲਿਸੀਆਂ ਆ ਉਹ ਨਾਨ ਰਿਨਿਊ ਕਰ ਰਹੀਆਂ ਹੈਗੀਆਂ। ਕ੍ਰੈਸਟ ਬਰੁਕ ਇਹ ਨੇਸ਼ਨ ਵਾਈਡ ਇੰਸ਼ੋਰੈਂਸ ਦੀ ਕੰਪਨੀ ਆ, ਨੇਸ਼ਨ ਵਾਈਡ ਪ੍ਰਾਈਵੇਟ ਕਲਾਇੰਟ ਕਰਕੇ ਇਹ ਜਾਣੀ ਜਾਂਦੀ ਆ। ਇਹਨਾਂ ਦੇ ਕੋਲ 21,000 ਤੋਂ ਵੱਧ ਜਿਹੜੇ ਪਾਲਿਸੀ ਹੋਲਡਰ ਸੀ ਕੈਲੀਫੋਰਨੀਆ 'ਚ, ਉਹ ਨਾਨ ਰਿਨਿਊ ਕਰਨ ਜਾ ਰਹੇ ਆ। ਇਸੇ ਤਰ੍ਹਾਂ ਇੱਕ ਹੋਰ ਕੰਪਨੀ ਅਮਰੀਕਨ ਨੈਸ਼ਨਲ ਕਰਕੇ ਕੰਪਨੀ ਆ, ਉਹਨਾਂ ਨੇ ਵੀ ਅੱਜ ਅਨਾਉਂਸ ਕਰ ਦਿੱਤਾ ਆ ਵੀ ਉਹ 36,000 ਤੋਂ ਵੱਧ ਜਿਹੜੀਆਂ ਉਹਨਾਂ ਦੀਆਂ ਹੋਮ ਓਨਰਸ ਪਾਲਿਸੀ ਆ ਉਹਨਾਂ ਨੂੰ ਨਾਨ ਰਿਨਿਊ ਕਰਨ ਜਾ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਖਾਸ ਕਰਕੇ ਤੁਹਾਡੀ ਜਿਹੜੀ ਘਰਾਂ ਦੀ ਜਾਂ ਆਟੋ ਦੀ ਇੰਸ਼ੋਰੈਂਸ ਆ, ਮੇਕ ਸ਼ੋਰ ਕਰੋ ਵੀ ਸਹੀ ਚੱਲ ਰਹੀ ਆ, ਤੇ ਜਦੋਂ ਵੀ ਕੋਈ ਬਿੱਲ ਆਉਂਦਾ ਨਾ 30 ਦਿਨ ਪਹਿਲਾਂ ਦੇ ਦਿਓ ਘੱਟੋ ਘੱਟ। ਇੱਕ ਦਿਨ ਵੀ ਲੇਟ ਹੋ ਗਿਆ, ਕੰਪਨੀਆਂ ਬਸ ਬਹਾਨਾ ਹੀ ਭਾਲ ਰਹੀਆਂ ਵੀ ਤੁਹਾਡੀ ਪਾਲਿਸੀ ਕੈਂਸਲ ਹੋ ਜਾਏ, ਤੇ ਮੁੜ ਕੇ ਜਿਹੜੀ ਆ ਉਹ ਤੁਹਾਨੂੰ ਪਾਲਿਸੀ ਮਿਲਦੀ ਨਹੀਂ ਹੈ। ਸੋ ਅੱਜ ਦੀ ਰੇਟ ਦੇ ਵਿੱਚ ਕੈਲੀਫੋਰਨੀਆ 'ਚ ਇੰਸ਼ੋਰੈਂਸ ਲੈਣਾ ਵੀ ਇਦਾਂ ਆ ਵੀ ਜਿੱਦਾਂ ਅਮਰੀਕਾ ਦਾ ਵੀਜ਼ਾ ਲੈਣਾ ਹੋਵੇ। ਬਹੁਤ ਬੁਰੀ ਸਿਚੁਏਸ਼ਨ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਗੂਗਲ ਦਾ ਜਿਹੜਾ ਜੈਮਨਾਈ AI ਸੀਗਾ, ਉਹਦੀਆਂ ਇਮੇਜਿਸ ਜਿਹੜੀਆਂ ਆਈਆਂ, ਉਸ ਦਾ ਬਹੁਤ ਜ਼ਿਆਦਾ ਵੱਡਾ ਵਿਵਾਦ ਬਣ ਗਿਆ। AI ਪਰਫੈਕਟ ਨਹੀਂ ਆ, ਪਰ AI ਦੇ ਕੋਲ ਕੰਟਰੋਲ ਬਹੁਤ ਆ, ਪਾਵਰ ਬਹੁਤ ਆ। ਆਪਾਂ ਕੱਲ੍ਹ ਖਬਰ ਕੀਤੀ ਸੀ ਵੀ ਕਿੱਦਾਂ ਮਿਡਲ ਸਕੂਲ ਦੇ ਵਿੱਚ ਬੈਵਰਲੀ ਹਿਲਸ ਦੇ ਉੱਥੋਂ ਦੀਆਂ ਬੱਚਿਆਂ ਦੀਆਂ ਨਗਨ ਤਸਵੀਰਾਂ AI ਦੇ ਨਾਲ ਜਨਰੇਟਿਡ ਆ, ਉਹ ਸਰਕੂਲੇਟ ਹੋ ਰਹੀਆਂ ਸੀਗੀਆਂ। ਇੱਧਰ ਕੀ ਹੋਇਆ, ਇਸ ਦੇ ਵਿੱਚ ਜਾਂਦਾ ਸੀ
ਔਰ ਲੋਕ ਲਿਖ ਰਹੇ ਸੀਗੇ ਵੀ ਚਿੱਟੇ ਮੂਲ ਦੇ ਐਕਟਰ ਦਿਖਾਓ, ਚਿੱਟੇ ਮੂਲ ਦੀਆਂ ਜਿਹੜੇ ਲੋਕਾਂ ਦੀਆਂ ਕੁਛ ਇਹ ਦਿਖਾਓ, ਜਾਂ ਕੋਈ ਵੀ ਕਿਸੇ ਦਾ ਵੀ ਕਰਦਾ ਸੀ ਤਾਂ ਤਸਵੀਰਾਂ ਤਕਰੀਬਨ ਗਲਤ ਜਿਹੜੀਆਂ ਉਹ ਆ ਰਹੀਆਂ ਸੀ। ਅੱਜ ਉਸ ਦੇ ਉੱਤੇ ਬਿਆਨ ਦਿੰਦੇ ਹੋਏ ਗੂਗਲ ਦੇ CEO ਸੁਰਿੰਦਰ ਪਿਚਾਈ ਨੇ ਕਿਹਾ ਆ ਵੀ ਇਹ ਕੰਪਲੀਟਲੀ ਅਨਅਸੈਪਟੇਬਲ ਆ। ਅਜੇ ਜੇ ਦੇਖਿਆ ਜਾਵੇ ਤਾਂ ਗੂਗਲ ਦੇ ਕੋਲ ਸਭ ਤੋਂ ਵੱਡੀ ਡਾਟਾ ਆ, ਸਭ ਤੋਂ ਜ਼ਿਆਦਾ ਇਹਨਾਂ ਦੇ ਕੋਲ ਤਸਵੀਰਾਂ ਆ, ਸਰਚ ਦੇ ਵਿੱਚ ਨੰਬਰ 1 ਜਿਹੜੇ ਉਹ ਹੈਗੇ ਆ। ਪਰ ਫਿਰ ਵੀ ਜੈਮਨਾਈ ਦੀ ਜਿਹੜੀ ਐਬਿਲਿਟੀ ਗਲਤ ਇਮੇजेस ਜਨਰੇਟ ਕਰਨ ਵਾਲੀ ਆ, ਉਸ ਨੇ ਸਾਰਿਆਂ ਨੂੰ ਕਿਤੇ ਨਾ ਕਿਤੇ ਭੁਚੱਕੇ ਜਿਹੜਾ ਉਹ ਛੱਡ ਦਿੱਤਾ ਆ। ਕਹਿੰਦੇ ਵੀ ਇੰਨੀਆਂ ਜ਼ਿਆਦੀਆਂ ਇਨਐਕੂਰੇਸੀਜ਼ ਜਿਹੜੀਆਂ ਹਿਸਟੋਰੀਕਲ ਇਮੇਜ ਜਨਰੇਸ਼ਨ ਦੇ ਵਿੱਚ ਆ ਰਹੀਆਂ ਆ, ਉਹ ਇੱਕ ਵੱਡੀ ਚਿੰਤਾ ਦਾ ਜਿਹੜਾ ਉਹ ਵਿਸ਼ਾ ਹੈਗਾ ਆ। ਪ੍ਰਭਾਕਰ ਰਾਘਵਨ, ਇਹ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਗੂਗਲ ਦੇ ਉੱਤੇ, ਉਹਨਾਂ ਨੇ ਜਿਹੜਾ ਉਹ ਕਿਹਾ ਆਪਣੇ ਬਲੌਗ ਦੇ ਵਿੱਚ, ਕਹਿੰਦੇ ਵੀ ਰਾਈਟ ਨਾਓ ਅਸੀਂ ਜਿਹੜਾ ਆ ਉਹ ਫੇਲ ਹੋਏ ਆ ਉਹਨਾਂ ਕੇਸਾਂ ਨੂੰ ਅਕਾਊਂਟ ਕਰਨ ਦੇ ਲਈ ਵੀ ਕਿਹੜੀ ਰੇਂਜ ਦੇ ਵਿੱਚ ਜਾਂ ਕਿਹੜੀਆਂ ਚੀਜ਼ਾਂ ਜਾਂ ਕਿਹੜੀਆਂ ਤਸਵੀਰਾਂ ਜਿਹੜੀਆਂ ਆ ਉਹ ਆਉਣੀਆਂ ਚਾਹੀਦੀਆਂ ਆ। ਕੰਜ਼ਰਵੇਟਿਵਸ ਨੇ ਖਾਸ ਕਰਕੇ ਇਸ ਮੁੱਦੇ ਨੂੰ ਜ਼ਿਆਦਾ ਜਿਹੜਾ ਉਹ ਚੱਕਿਆ ਆ। ਕਹਿੰਦੇ ਵੀ ਇਹ ਜਾਣ ਬੁੱਝ ਕੇ ਗੂਗਲ ਦਾ ਇੱਕ ਅੰਦਰ ਖਾਤੇ ਇਹ ਫੈਸਲਾ ਹੋ ਸਕਦਾ ਆ ਵੀ ਚਿੱਟੇ ਮੂਲ ਵਾਲੇ ਲੋਕਾਂ ਨੂੰ ਜਾਂ ਹਿਸਟੋਰੀਕਲੀ ਕਰੈਕਟ ਇਮੇजेस ਆ ਉਹਨਾਂ ਨੂੰ ਦਿਖਾਉਣਾ ਤੋਂ ਜਿਹੜੀ ਇਹਨਾਂ ਦੀ ਅੰਦਰ ਖਾਤੇ ਨਾ ਜਿਹੜੀ ਉਹ ਹੋ ਸਕਦੀ ਆ। ਸੋ ਅਨਅਸੈਪਟੇਬਲ ਇਹਨਾਂ ਨੇ ਕਿਹਾ ਆ। ਕੀ ਫਰਕ ਪੈਂਦਾ ਆ ਜਿਹੜੀ ਜੈਮਨਾਈ AI ਦੇ ਉੱਤੇ, ਇਸ ਤੋਂ ਬਾਅਦ ਦੇ ਵਿੱਚ ਉਹ ਦੇਖਣ ਵਾਲੀ ਗੱਲ ਹੋਊਗੀ। ਸੋਰਾ ਦੇ ਦੁਆਰਾ ਜਿਹੜੀਆਂ ਬਣਾਈਆਂ ਗਈਆਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਵੀਡੀਓਜ਼ ਆ, ਉਹਨੇ ਦੁਨੀਆ ਨੂੰ ਇੱਕ ਹੋਰ ਤਰਫ ਜਿਹੜਾ ਉਹ ਗੱਲ ਛੇੜੀ ਸੀਗੀ। ਪਰ ਜੈਮਨਾਈ AI ਦੀ ਇਨਐਕੂਰੇਸੀਜ਼, ਗਲਤੀਆਂ ਤੇ ਗਲਤ ਜਿਹੜਾ ਉਹ ਦਿਖਾਉਣਾ, ਉਹ ਇੱਕ ਹੁਣ ਨਵੇਂ ਵਿਵਾਦ ਦਾ ਕਾਰਨ ਬਣ ਚੁੱਕਾ ਆ। ਜੀ, ਸੋ ਬਹੁਤ ਸਾਰੀਆਂ ਪੋਜ਼ਿਟਿਵ ਗੱਲਾਂ ਵੀ ਹੋ ਰਹੀਆਂ। ਸਵਿਟਜ਼ਰਲੈਂਡ ਦੇ ਵਿੱਚ ਇਸ ਟਾਈਮ 4 AM ਰੇਡੀਓ ਸਟੇਸ਼ਨ ਜਿਹੜੇ ਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ 24 ਆਵਰ ਕਹਿੰਦੇ ਚੱਲ ਰਹੇ ਆ। ਇਹਨਾਂ ਦੇ ਵਿੱਚੋਂ ਸੋ ਇਹ ਪਤਾ ਨਹੀਂ ਹਰਜੋਤ ਸਿੰਘ ਜੀ ਰੇਡੀਓ ਵਾਲਿਆਂ ਦੀ ਵੀ ਜੌਬ ਨਾ ਕਿਤੇ ਚੱਲ ਜਾਏ ਆਰਟੀਫਿਸ਼ੀਅਲ ਇੰਟੈਲੀਜੈਂਸ। ਸਾਡੇ ਦੇ ਕੰਨ ਨਾਲ ਹੀ ਖੜੇ ਹੋ ਗਏ ਵੀ ਹੁਣ ਜੇ 4 ਉੱਥੇ ਚੱਲਦੇ ਤੇ ਜੇ ਇੱਥੇ ਵੀ ਚੱਲਣ ਲੱਗ ਗਏ ਤੇ ਇੱਥੇ ਕੀ ਬਣੂਗਾ। ਵੀ ਚਲੋ, ਪਰ ਕੋਈ ਗੱਲ ਨਹੀਂ, ਦੇਖੋ ਇਹ ਤਾਂ ਦੁਨੀਆ ਦਾ ਦਸਤੂਰ ਆ, ਚੇਂਜ ਆਉਣਾ ਹੀ ਆਉਣਾ ਆ। ਟੈਕਨੋਲੋਜੀ ਇਸ ਟਾਈਮ ਮੋਹਰੇ ਆ, ਫੋਰਫਰੰਟ ਤੇ ਆ, ਤੇ ਇਹਨੇ ਜਿਹੜੇ ਚੇਂਜਸ ਆ ਉਹ ਲਿਆਉਣੇ ਹੀ ਪੈਣੇ ਆ। ਸੋ ਆਪਾਂ ਤਾਂ ਹੀ ਬਾਰ-ਬਾਰ ਜਿਹੜਾ ਆਪਾਂ ਪ੍ਰੋਗਰਾਮ ਵੀ ਕਰਦੇ ਹੁੰਦੇ ਆ ਟੈਕਨੋਲੋਜੀ ਦਾ, ਪੰਜਾਬੀ ਟੈਕ ਟਾਕ, ਉਸ ਦੇ ਵਿੱਚ ਇਹੀ ਚਰਚਾ ਕਰੀਦੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਚੇਂਜਸ ਆਉਣਗੀਆਂ ਤੇ ਆਪਾਂ ਨੂੰ ਉਸ ਦੇ ਲਈ ਆਪਣੇ ਜਿਹੜੇ ਸਕਿੱਲਸ ਆ ਉਹ ਨਵੇਂ ਜਿਹੜੀਆਂ ਚੀਜ਼ਾਂ ਆ ਉਹ ਡਿਵੈਲਪ ਕਰਨੀਆਂ ਪੈਣੀਆਂ, ਦੇਖਣੀਆਂ ਪੈਣੀਆਂ, ਕਿਉਂਕਿ ਆਪਾਂ ਚੇਂਜ ਦੇ ਥਰੂ ਜਾ ਰਹੇ ਆ। ਸੋ ਜਿਹੜਾ ਮੋਹਰੇ ਲੰਘ ਗਿਆ, ਜਿੰਨੇ ਉਹ ਚੀਜ਼ ਤਬਦੀਲੀ ਦੇ ਨਾਲ ਵੱਧ ਕੇ ਆਪਣੇ ਆਪ ਨੂੰ ਚੇਂਜ ਕਰ ਲਿਆ ਤਾਂ ਉਹ ਫਾਇਦੇ 'ਚ ਰਹਿ ਜਾਊਗਾ, ਨਹੀਂ ਤਾਂ ਫਿਰ ਮੱਥੇ ਤੇ ਹੱਥ ਹੀ ਜਿਹੜੇ ਆ ਉਹ ਆਪਾਂ ਨੂੰ ਮਾਰਨੇ ਪੈਣੇ ਆ। ਅੱਖਾਂ 'ਚ ਘਸੁੰਨ ਦੇ ਕੇ ਰੋਣ ਦੇ ਨਾਲ ਬਾਅਦ 'ਚ ਫਿਰ ਬਣਨਾ ਨਹੀਂ ਆ। ਸੋ ਮੌਕਾ ਆ ਆਪਣੇ ਨਿਆਣਿਆਂ ਨੂੰ ਵੀ ਤੇ ਆਪ ਵੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਧੱਕੀਏ, ਇਸ ਪਾਸੇ ਵੱਲ ਨੂੰ ਉਹਨਾਂ ਨੂੰ ਦੱਸੀਏ ਵੀ ਇੱਧਰ ਫਿਊਚਰ ਜਿਹੜਾ ਉਹ ਜ਼ਿਆਦਾ ਸਟਰੋਂਗ ਨਜ਼ਰ ਆ ਰਿਹਾ ਹੈਗਾ। ਜਾਂਦੇ ਜਾਂਦੇ ਹਰਜੋਤ ਸਿੰਘ ਜੀ ਖਬਰ ਕਰੀਏ, ਟਰੰਪ ਹੁਣਾਂ ਨੇ ਅਪੀਲ ਕੋਰਟ ਨੂੰ ਬੇਨਤੀ ਕੀਤੀ ਆ ਵੀ ਜਿਹੜਾ $454 ਮਿਲੀਅਨ ਦਾ ਜਿਹੜਾ ਉਹ ਜੱਜਮੈਂਟ ਆਈ ਆ ਵੀ ਉਨੀ ਦੇਰ ਤੱਕ ਉਸ ਦੇ ਉੱਤੇ ਸਟੇ ਲਾਇਆ ਜਾਵੇ ਜਿੰਨੀ ਦੇਰ ਤੱਕ ਅਪੀਲ ਜਿਹੜੀ ਉਹਨਾਂ ਦੀ ਓਵਰ ਨਹੀਂ ਹੋ ਜਾਂਦੀ। ਸੋ $454 ਮਿਲੀਅਨ ਦੇਣ ਦੇ ਲਈ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੂੰ ਨਿਊਯਾਰਕ ਦੀ ਅਦਾਲਤ ਨੇ ਜਿਹੜਾ ਉਹ ਫੈਸਲਾ ਸੁਣਾਇਆ ਸੀ, ਜਿਹੜਾ ਸਿਵਲ ਫਰਾਡ ਦਾ ਫੈਸਲਾ ਆਇਆ ਸੀ। ਹੁਣ ਕਹਿ ਰਿਹਾ ਵੀ ਉਹ $100 ਮਿਲੀਅਨ ਪੋਸਟ ਕਰਕੇ ਇਸ ਨੂੰ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦੇ ਹੈਗੇ ਆ। ਸੋ 30 ਦਿਨ ਤੋਂ ਘੱਟ ਦਾ ਵਕਤ ਜਿਹੜਾ ਉਹ ਰਹਿ ਗਿਆ ਸੀਗਾ ਨਿਊਯਾਰਕ ਦੇ ਵਿੱਚ ਇਹਨਾਂ ਨੂੰ ਇਹ ਰਾਸ਼ੀ ਜਿਹੜੀ ਆ ਉਹ ਦੇਣ ਦੇ ਲਈ, ਜਿਹੜੀ ਫਰਾਡ ਦਾ ਵਰਡਿਕਟ ਆਇਆ ਆ ਉਸ ਨੂੰ ਲੈ ਕੇ। ਪਰ ਇਹ ਹੁਣ ਗੁਹਾਰ ਲਾ ਰਹੇ ਆ ਅਦਾਲਤ ਦੇ ਵਿੱਚ ਵੀ ਭਾਈ ਇਸ ਦੇ ਉੱਤੇ ਸਟੇ ਲਾਇਆ ਜਾਵੇ ਜਿੰਨੀ ਦੇਰ ਤੱਕ ਇਹ ਮੇਰੀ ਅਪੀਲ ਇਸ ਫੈਸਲੇ ਦੇ ਉਲਟ ਜਿਹੜੀ ਅਗਲੀ ਅਦਾਲਤ ਵਿੱਚ ਲਾਈ ਆ ਉਸ ਦਾ ਅੱਗੇ ਫੈਸਲਾ ਜਿਹੜਾ ਉਹ ਨਹੀਂ ਆ ਜਾਂਦਾ। ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ ਤੇ ਜਾਂਦੇ ਜਾਂਦੇ ਸਾਡੇ ਆਉਣ ਵਾਲੇ ਪ੍ਰੋਗਰਾਮ ਜ਼ਰੂਰ ਦੱਸਦੇ ਜੀ। ਜੀ, ਅਗਲਾ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦਾ ਪੇਸ਼ ਕੀਤਾ ਜਾਊਗਾ। ਆ ਰਹੇ ਨੇ ਲੈ ਕੇ, ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਦਰਵਾਜ਼ਾ ਖੜਕਣ ਲੱਗ ਗਿਆ, ਮੈਨੂੰ ਲੱਗਦਾ ਪਹੁੰਚ ਗਏ ਆ। ਤੇ ਫਿਰ ਇਸ ਤੋਂ ਉਪਰੰਤ ਪ੍ਰੋਗਰਾਮ 11:30 ਵਜੇ ਆਵੇਗਾ ਜੀ ਨਜ਼ਰੀਆ, ਤੇ 1 ਤੋਂ ਲੈ ਕੇ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਤੋਂ 2:30 ਵਜੇ ਦੇ ਵਿੱਚ ਪ੍ਰੋਗਰਾਮ ਖਬਰ ਤੇ ਨਜ਼ਰ ਮਿੰਟੂ ਗੁਰਸਰੀਆ ਹੁਣਾਂ ਦੇ ਨਾਲ ਪੇਸ਼ ਕੀਤਾ ਜਾਊਗਾ।
2:30 ਤੋਂ ਲੈ ਕੇ 3 ਵਜੇ ਦੇ ਵਿੱਚ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਦੇ ਵਿੱਚ ਸਾਂਝੀ ਸੱਥ ਦੇ ਵਿੱਚ ਅੱਜ ਵਿਸ਼ੇਸ਼ ਪ੍ਰੋਗਰਾਮ ਜਰਨਲਿਸਟ ਅਵਤਾਰ ਸਿੰਘ ਹੁਣਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਾਂਗੇ। ਰੂਸ ਦੇ ਵਿੱਚ ਨਵੈਲਨੀ ਦੀ ਜਿਹੜੀ ਮੌਤ, ਚਾਈਨਾ ਜਿਹੜੇ ਆ ਮੁਸਲਮਾਨਾਂ ਨੂੰ ਕਿੱਦਾਂ ਰੀਐਜੂਕੇਸ਼ਨ ਕੈਂਪ ਦੇ ਮਾਈਨੋਰਟੀਜ਼ ਦੇ ਨਾਲ ਹੋਰ ਕੀ ਹੋ ਰਿਹਾ ਆ, ਆਪਣੇ ਸਿੱਖਾਂ ਦੇ ਨਾਲ ਜੁੜੀ ਹੋਈ ਗੱਲਬਾਤ, ਭਾਰਤ ਤੇ ਰਸ਼ੀਆ ਦਾ ਜਿਹੜਾ ਤੇਲ ਦਾ ਸੰਬੰਧ ਆ ਉਸ ਨੂੰ ਲੈ ਕੇ ਵੀ ਜਿਹੜੀਆਂ ਚਰਚਾਵਾਂ ਜਿਹੜੀਆਂ ਇਸ ਦੇ ਵਿੱਚ ਹੋਣਗੀਆਂ। ਸੋ ਉਹ ਜਿਹੜੀਆਂ ਸੁਣਨਾ ਨਾ ਭੁੱਲਿਓ। ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਵਿਸਰਦਾ ਵਿਰਸਾ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਵਜੇ ਤੋਂ ਲੈ ਕੇ 8 ਵਜੇ ਦੇ ਦਰਮਿਆਨ ਸ਼ਾਮ ਦੇ ਗੁਰਬਾਣੀ ਦੇ ਦੀਵਾਨ ਸਰਵਣ ਕਰਾਂਗੇ, ਜਿੱਥੋਂ ਲੜੀਵਾਰ ਕਥਾ ਚੱਲ ਰਹੀ ਆ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਭਾਈ ਹਰਪਾਲ ਸਿੰਘ ਜੀ ਦੇ ਦੁਆਰਾ ਜਪਜੀ ਸਾਹਿਬ ਦੀ ਉਹ ਕਥਾ ਜਿਹੜੀ ਉਹ ਕਰ ਰਹੇ ਆ। ਸੋ ਉਹ ਵੀ ਜਿਹੜੀ ਉਹ ਸੁਣਨਾ ਨਾ ਭੁੱਲਣਾ। ਤੇ ਫਿਰ 8 ਤੋਂ ਲੈ ਕੇ 8 ਵਜੇ ਤੋਂ ਬਾਅਦ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ, ਤੇ ਉਸ ਤੋਂ ਉਪਰੰਤ ਫਿਰ 10 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕਦੀ ਤੇ ਹੱਸ ਬੋਲਵੇ। ਤੇ ਲਗਾਤਾਰ ਪ੍ਰੋਗਰਾਮ 24 ਘੰਟੇ 7 ਦਿਨ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਚੱਲਦੇ ਰਹਿੰਦੇ ਆ। ਪੰਜਾਬੀ ਰੇਡੀਓ ਯੂਐਸਏ ਜੇ ਤੁਹਾਨੂੰ ਲੱਗਦਾ ਵੀ ਕਿਸੇ ਥਾਂ ਦੇ ਉੱਤੇ ਨਹੀਂ ਚੱਲ ਰਿਹਾ ਤਾਂ YouTube ਚੈਨਲ ਨੂੰ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤਾਂ ਜੋ ਤੁਸੀਂ ਜਿਹੜੀਆਂ ਸਾਡੀਆਂ ਸਾਰੀਆਂ ਵੀਡੀਓਜ਼ ਦੇ ਨਾਲ ਜੁੜ ਸਕਦੇ ਆ, ਤੇ ਐਪ ਨੂੰ ਜਿਹੜਾ ਉਹ ਡਾਊਨਲੋਡ ਕਰਨਾ ਨਾ ਭੁੱਲਣਾ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ।